ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿੰਨਾ ਵੀ ਉਪਦੇਸ਼ ਸਾਡੇ ਸਾਰਿਆਂ ਦੇ ਮਨਾਂ ਨੂੰ ਦਿੱਤਾ ਜਾਂਦਾ ਹੈ, ਇਹ ਸਾਰਿਆਂ ਵਾਸਤੇ ਇਹ ਸਾਂਝਾ ਉਪਦੇਸ਼ ਕਿ ਆਗੇ ਜਿਹੜੇ ਮਨ ਨੇ ਉਹਨਾਂ ਦਾ ਸਰੂਪ ਇੱਕੋ ਹੀ ਹੈ। ਸਾਰੇ ਆਪਾਂ ਮਨ, ਅਕਾਲ ਪੁਰਖ, ਪਰਮਾਤਮਾ ਵਾਹਿਗੁਰੂ ਦੇ ਬੱਚੇ। ਸਿਰਫ ਇੱਧਰ ਅਸੀਂ ਇਹ ਮਾਇਆ ਦੇ ਘਰ ਵਿੱਚ ਆ ਕੇ, ਇਸ ਲੋਕ ਵਿੱਚ ਆ ਕੇ ਅਸੀਂ ਵੱਖੋ ਵੱਖਰਾ ਧਰਮਾਂ ਦੇ ਵਿੱਚ ਵੰਡੇ ਜਾਂਦੇ ਹਾਂ, ਅਸੀਂ ਜਾਤਾਂ ਪਾਤਾਂ 'ਚ ਵੰਡੇ ਜਾਂਦੇ ਹਾਂ, ਅਸੀਂ ਦੁਬਦਾ ਖੜੀ ਕਰ ਲੈਂਦੇ। ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹ ਸਾਡੇ ਸਾਰਿਆਂ ਵਾਸਤੇ ਫਿਰ ਸਾਂਝਾ ਉਪਦੇਸ਼। ਜੀਵ ਸੰਸਾਰ ਦੇ ਵਿੱਚ 4 ਵਰਨਾਂ ਦੇ ਵਿੱਚ ਵੰਡੇ ਹੋਏ ਸੀ। ਇਹ ਸਾਰਿਆਂ ਵਾਸਤੇ ਫਿਰ ਸਤਿਗੁਰੂ ਇਹ ਸਾਂਝਾ ਉਪਦੇਸ਼ ਕਰਦੇ ਹੋਏ ਫਰਮਾਉਂਦੇ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾਂ ਕੋ ਸਾਂਝਾ। ਇਹ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ, ਕਿਸੇ ਇੱਕ ਵਾਸਤੇ ਨਹੀਂ, ਕਿਸੇ ਖਾਸ ਕਿਸੇ ਫਿਰਕੇ ਵਾਸਤੇ ਨਹੀਂ, ਕਿਸੇ ਖਾਸ ਜਾਤ ਵਾਲਿਆਂ ਵਾਸਤੇ ਨਹੀਂ ਹੈ, ਕਿਸੇ ਖਾਸ ਧਰਮ ਵਾਲਿਆਂ ਵਾਸਤੇ ਨਹੀਂ ਹੈ, ਸਾਰਿਆਂ ਲਈ ਸਾਂਝਾ। ਕਿਉਂਕਿ ਤਾਂ ਅਸੀਂ ਅਗਿਆਨਤਾ ਦੇ ਵਿੱਚ ਆਪਣੀ ਮੱਤ ਦੁਆਰਾ ਅਸੀਂ ਧਰਮ ਬਣਾਏ ਹੋਏ ਨੇ। ਅਸਲ ਦੇ ਵਿੱਚ ਸਾਡਾ ਸਾਰਿਆਂ ਦਾ ਜੋ ਧਰਮ ਹੈ ਉਹ ਇੱਕੋ ਹੀ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਉਸ ਨੂੰ ਗੁਰਬਾਣੀ 'ਚ ਧਰਮ ਵੀ ਆਖਿਆ। ਜੇ ਤਾਂ ਅਸੀਂ ਪਰਮਾਤਮਾ ਦੀ ਭਗਤੀ ਬੰਦਗੀ ਕਰਦੇ ਹਾਂ ਫਿਰ ਤਾਂ ਅਸੀਂ ਧਰਮੀ ਹਾਂ।
ਜੇ ਅਸੀਂ ਭਗਤੀ ਕਰਦੇ ਹੀ ਨਹੀਂ ਫਿਰ ਅਸੀਂ ਧਰਮੀ ਹੈ ਹੀ ਨਹੀਂ। ਫਿਰ ਅਸੀਂ ਧਰਮ ਦੇ ਨਾਂ ਤੇ ਲੜਾਂਗੇ, ਫਿਰ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਪਾ ਲਾਂਗੇ, ਫਿਰ ਅਸੀਂ ਆਖਾਂਗੇ ਸਾਡਾ ਧਰਮ ਚੰਗਾ ਦੂਜਾ ਮਾੜਾ। ਸੋ ਫਿਰ ਇਹ ਅਵਸਥਾ ਗਿਆਨਤਾ 'ਚ ਬਣਦੀ, ਬੈਰ ਵਿਰੋਧ ਵਾਲੀ, ਈਰਖਾ ਨਫ਼ਰਤ ਵਾਲੀ। ਇਹ ਧਰਮ ਅਸੀਂ ਬਣਾਏ ਹੋਏ ਨੇ। ਜੋ ਅਸਲ ਧਰਮ ਪਰਮਾਤਮਾ ਉਹ ਸਾਨੂੰ ਇਹ ਬੈਰ ਵਿਰੋਧ ਨਹੀਂ ਸਿਖਾਉਂਦੇ। ਉਹ ਸਾਨੂੰ ਕੋਈ ਇਹ ਨਹੀਂ ਵੀ ਸਾਨੂੰ ਲੜਨਾ ਸਿਖਾਉਂਦੇ ਜਾਂ ਦੂਸਰੇ ਨੂੰ ਨੀਵਾਂ ਦਿਖਾਉਣਾ ਉਹ ਸਾਨੂੰ ਸਿਖਾਉਂਦੇ। ਸਾਨੂੰ ਤਾਂ ਕਹਿੰਦੇ ਵੀ ਸਾਰੇ ਹੀ ਮਾਲਕ ਦੇ ਬੱਚੇ, ਮਾਲਕ ਦਾ ਰੂਪ ਨੇ, ਸਾਰਿਆਂ ਦੇ ਨਾਲ ਪ੍ਰੇਮ ਕਰੋ। ਤੇ ਇਹੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪਰਮਾਤਮਾ ਨਾਲ ਮਿਲਾਪ ਕੀਤਾ। ਬੈਰ ਵਿਰੋਧ ਕਰਕੇ ਕਿਸੇ ਨੇ ਮਾਲਕ ਨਾਲ ਮਿਲਾਪ ਨਹੀਂ ਕੀਤਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਇਹਦੇ ਸਾਧ ਸੰਗਤ ਦੇ ਵਿੱਚ ਆਉਂਦੇ ਹਾਂ, ਸਿਮਰਨ ਕਰਦੇ ਹਾਂ, ਗੁਰੂ ਦੀ ਮੱਤ ਲੈਂਦੇ ਹਾਂ, ਫਿਰ ਸਾਨੂੰ ਇਹ ਪ੍ਰੇਮ ਦਾ ਮਾਰਗ ਪਤਾ ਲੱਗਦਾ। ਇਹਦੇ ਤੇ ਫਿਰ ਚੱਲਦੇ ਹੋਏ ਆਪਾਂ ਸਿਮਰਨ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ। ਤੇ ਫਿਰ ਜਦੋਂ ਅਸੀਂ ਲਗਾਤਾਰ ਅਭਿਆਸ ਸੰਗਤ ਕਰਦੇ ਹਾਂ, ਫਿਰ ਅਸੀਂ ਆਪਦੇ ਘਰ ਜਾਂਦੇ ਹਾਂ। ਸਾਡਾ ਘਰ ਹੈ ਸਹਿਜ। ਸਹਿਜ ਦੇ ਵਿੱਚ ਜਦੋਂ ਅਸੀਂ ਜਾਂਦੇ ਗੁਰੂ ਦੀ ਕਿਰਪਾ ਦੁਆਰਾ, ਫਿਰ ਸਾਡੇ ਅੰਦਰ ਪ੍ਰਕਾਸ਼ ਹੁੰਦਾ। ਜਿਵੇਂ ਅੱਜ ਦਾ ਦਿਹਾੜਾ ਪੂਰਨਮਾਸ਼ੀ ਦਾ, ਪੁੰਨਿਆਂ ਦਾ, ਪੁੰਨਿਆਂ ਨੂੰ ਆਪਾਂ ਦੇਖਦੇ ਵੀ ਚੰਨ ਚੜ੍ਹਦਾ ਤੇ ਕਿੰਨਾ ਚਾਨਣ ਹੁੰਦਾ, ਆਪਾਂ ਨੂੰ ਦੂਰ ਤੱਕ ਦਿਸਦਾ ਸਾਰਾ ਕੁਝ। ਇਸੇ ਤਰ੍ਹਾਂ ਹੀ ਜਦੋਂ ਆਪਣਾ ਮਨ ਸਹਿਜ ਵਿੱਚ ਜਾਂਦਾ, ਸਹਿਜ ਕਰ ਜਾਂਦਾ, ਉੱਥੇ ਇੱਦਾਂ ਹੀ ਜਿਵੇਂ ਚੰਨ ਦਾ ਪ੍ਰਕਾਸ਼ ਸਾਡੇ ਅੰਦਰ ਆਤਮਾ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਨੂੰ ਮਾਰੇ ਫਰਮਾਉਂਦੇ, ਕਹਿੰਦੇ ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਇਹ ਸਾਡੇ ਅੰਦਰ ਜਿਹੜਾ ਹਨੇਰਾ ਸੀ ਅਗਿਆਨਤਾ ਦਾ ਉਹ ਖਤਮ ਹੋ ਗਿਆ ਤੇ ਉਹ ਜਿਵੇਂ ਚੰਨ ਦਾ ਪ੍ਰਕਾਸ਼ ਹੁੰਦਾ, ਚੰਦ ਦਾ, ਉਵੇਂ ਅੰਦਰ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ। ਸੋ ਇਹ ਫਿਰ ਆਪਾਂ ਨੂੰ ਉਦਾਹਰਨਾਂ ਦਿੱਤੀਆਂ ਵੀ ਜਿਵੇਂ ਪੁੰਨੇ ਹਾਂ ਤੇ ਚੰਦ ਚੜ੍ਹਦਾ, ਇਸੇ ਤਰ੍ਹਾਂ ਸਾਡੇ ਅੰਦਰ ਵੀ ਆਤਮਾ ਦਾ ਪ੍ਰਕਾਸ਼ ਹੈ। ਤੁਸੀਂ ਉਸ ਪ੍ਰਕਾਸ਼ ਤੱਕ ਪਹੁੰਚੋ, ਤੁਸੀਂ ਸਹਿਜ ਘਰ ਆਓ, ਤੁਸੀਂ ਅੰਦਰ ਦੇਖੋ, ਅੰਤਰਮੁਖੀ ਹੋਵੋ। ਸੋ ਅਸੀਂ ਤਾਂ ਹੀ ਹੋ ਸਕਦੇ ਜੇ ਅਸੀਂ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਐਸੇ ਗੁਰਮੁਖਾਂ ਦਾ ਸੰਗ ਕਰਾਂਗੇ ਜਿਹੜੇ ਆਪ ਇਸ ਮਾਰਗ ਤੇ ਚੱਲੇ, ਜਿਨ੍ਹਾਂ ਦੇ ਆਪਦੇ ਅੰਦਰ ਉਹ ਚੰਦ ਚੜ੍ਹੇ, ਜਿਨ੍ਹਾਂ ਨੇ ਉਹ ਪ੍ਰਕਾਸ਼ ਨੂੰ ਦੇਖਿਆ, ਉਹ ਫਿਰ ਆਪਾਂ ਨੂੰ ਅੱਗੇ ਉਹ ਭੇਜ ਦਿੰਦੇ, ਉਹ ਫਿਰ ਆਪਾਂ ਨੂੰ ਦੱਸਦੇ। ਆਓ ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਆਪਾਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਾਨੂੰ ਉਪਦੇਸ਼ ਦੇ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹ ਆਪਾਂ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ 19 ਅਸ਼ਟਪਦੀਆਂ ਤੱਕ ਵਿਚਾਰ ਕੀਤੀ ਸੀ। ਇਸ ਤੋਂ ਅੱਗੇ ਸ਼ਲੋਕ ਅਤੇ ਅਸ਼ਟਪਦੀ 20ਵੀਂ ਜੋ ਆਪਾਂ ਨੂੰ ਮਹਾਰਾਜ ਫਰਮਾਉਂਦੇ, ਸ਼ਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਈ, ਨਾਨਕ ਕੀ ਬਰ ਬੇਨਤੀ ਆਪਣੀ ਭਗਤੀ ਲਾਈ। ਹੁਣ ਇਹ ਬੇਨਤੀ ਅਸੀਂ ਉਦੋਂ ਕਰਦੇ ਹਾਂ ਸਾਡਾ ਮਨ ਜਦੋਂ ਸਾਨੂੰ ਗਿਆਨ ਹੁੰਦਾ, ਜਦੋਂ ਸਾਨੂੰ ਸੋਝੀ ਆਉਂਦੀ, ਫਿਰ ਅਸੀਂ ਬੇਨਤੀ ਕਰਦੇ ਮਾਲਕ ਨੂੰ ਵੀ ਅਸੀਂ ਫਿਰਦੇ ਫਿਰਦੇ ਭਰਮ ਦੇ ਵਿੱਚ, ਅਗਾਰਾਂ ਦੇ ਵਿੱਚ ਹੁੰਦੇ ਆ ਰਹੇ, ਅੱਗੇ ਦੀ ਅੱਗੇ ਚੱਲਦੇ ਆ ਰਹੇ, ਹੁਣ ਤੁਹਾਡੀ ਸ਼ਰਨ ਦੇ ਵਿੱਚ ਹੈ, ਹੁਣ ਸਾਡੇ ਤੇ ਕਿਰਪਾ ਕਰੋ, ਸਾਡੀ ਬੇਨਤੀ ਹੈ, ਸਾਨੂੰ ਆਪਣੀ ਭਗਤੀ ਦੇ ਉੱਤੇ ਲਾ।
ਹੁਣ ਭਗਤੀ ਕੀ ਹੈ, ਕਿਹੜੀ ਭਗਤੀ ਵਾਸਤੇ ਸਤਿਗੁਰੂ ਆਪਾਂ ਨੂੰ ਕਹਿ ਰਹੇ, ਸਾਨੂੰ ਸਮਝਾ ਰਹੇ। ਹੁਣ ਇਹ ਜੋ ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ ਜਾਂ ਆਪਾਂ ਸਿਮਰਨ ਕਰਦੇ ਹਾਂ, ਇਹਨੂੰ ਤੁਸੀਂ ਭਗਤੀ ਨਹੀਂ ਸਮਝਣਾ, ਇਹ ਭਗਤੀ ਨਹੀਂ। ਇਹ ਆਪਾਂ ਇਸੋਂ ਨਿਕਲਣ ਵਾਸਤੇ ਸਿਮਰਨ ਕਰਦੇ, ਤ੍ਰੈ ਗੁਣਾਂ ਦੇ ਵਿੱਚੋਂ, ਮਾਇਆ ਦੇ ਵਿੱਚੋਂ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਉਹ ਸਾਨੂੰ ਰਸਤਾ ਦੱਸਦੇ, ਪਰਮਾਤਮਾ ਨੂੰ ਮਿਲਾਪ ਦਾ, ਵੀ ਰਸਤੇ ਵਿੱਚ ਕੀ ਕੀ ਰੁਕਾਵਟਾਂ ਨੇ, ਕਿਵੇਂ ਅਸੀਂ ਉਹਨਾਂ ਰੁਕਾਵਟਾਂ ਨੂੰ ਪਾਸੇ ਕਰਨਾ, ਕੀ ਕੀ ਸਾਡੇ ਅੰਦਰ ਨਿਸ਼ਾਨੀਆਂ ਪ੍ਰਗਟ ਹੁੰਦੀਆਂ, ਉਹ ਸਾਰਾ ਫਿਰ ਸਾਨੂੰ ਵਿਛੋੜੇ ਤੋਂ ਮਿਲਾਪ ਤੱਕ ਦਾ ਸਾਨੂੰ ਰਸਤਾ ਦੱਸੀ ਜਾਂਦੇ, ਸਾਨੂੰ ਗਿਆਨ ਦਿੱਤੀ ਜਾਂਦੇ, ਸਾਰਾ ਭੇਦ ਦਿੱਤੀ ਜਾਂਦੀ। ਪਰ ਜੋ ਭਗਤੀ ਹੈ ਉਹ ਸਾਡੀ ਸ਼ੁਰੂ ਹੁੰਦੀ ਨਾਮ ਤੋਂ। ਜੋ ਸਾਡੇ ਅੰਦਰ ਸਹਿਜ ਧੁਨ ਮਾਲਕ ਦੀ ਆਵਾਜ਼ ਚੱਲ ਰਹੀ, ਨਾਦ ਚੱਲ ਰਿਹਾ, ਜਦੋਂ ਅਸੀਂ ਉਹਨੂੰ ਸੁਣਦੇ ਹਾਂ ਉਹਨੂੰ ਭਗਤੀ ਕਹਿੰਦੇ। ਜਦੋਂ ਸਾਡੇ ਅੰਦਰ ਮਾਲਕ ਦੀ ਆਵਾਜ਼ ਪ੍ਰਗਟ ਹੋ ਗਈ, ਨਾਮ ਪ੍ਰਗਟ ਹੋ ਗਿਆ, ਉਹਨੂੰ ਆਪਾਂ ਇਹ ਸਰੀਰ ਤੋਂ ਅੱਡ ਹੋ ਕੇ ਸੁਣਨਾ ਸ਼ੁਰੂ ਕਰ ਦਿੱਤਾ, ਪਾਉਣ ਤੋਂ ਵੱਖ ਹੋ ਕੇ, ਉਦੋਂ ਫਿਰ ਕਹਿੰਦੇ ਵੀ ਇਹ ਭਗਤੀ ਕਰਦੀ। ਸੋ ਇਸ ਭਗਤੀ ਨੂੰ ਫਿਰ ਮਾਲਕ ਨੂੰ ਬੇਨਤੀ ਕਰਦੇ ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਨੂੰ ਆਪਣੀ ਭਗਤੀ ਤੇ ਲਾ ਲਓ। ਭਗਤੀ ਤੇ ਕੀ ਵੀ ਸਾਨੂੰ ਕਿਰਪਾ ਕਰੋ, ਆਪਦੇ ਨਾਮ ਦੀ ਦਾਤ ਬਖਸ਼ੋ, ਸਾਨੂੰ ਨਾਮ ਦੇ ਨਾਲ ਜੋੜ ਲਓ ਤਾਂ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸੁਣੀਏ ਤੇ ਅਸੀਂ ਭਗਤੀ ਕਰੀਏ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਸਾਡੀ ਭਗਤੀ ਹੀ ਨਾਮ ਤੋਂ ਸ਼ੁਰੂ ਹੁੰਦੀ। ਨਾਮ ਨੂੰ ਸਹਿਜ ਧੁਨ ਦਾ ਵੀ ਨਾਮ ਦਿੱਤਾ। ਮਹਾਰਾਜ ਫਰਮਾਉਂਦੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ। ਇਹ ਜਦੋਂ ਸਾਡੇ ਅੰਦਰ ਉਹ ਮਾਲਕ ਦੀ ਆਵਾਜ਼ ਸਹਿਜ ਧੁਨ ਪ੍ਰਗਟ ਹੋ ਗਈ, ਆਪਾਂ ਉਹਨੂੰ ਸੁਣਨਾ ਸ਼ੁਰੂ ਕਰ ਦਿੱਤਾ, ਉਦੋਂ ਕਹਿੰਦੇ ਭਗਤੀ ਕਰਦੇ ਨੇ। ਫਿਰ ਉੱਥੇ ਜਿਹੜੀ ਆਹ ਭਾਸ਼ਾ ਜਿਹੜੀ ਆਪਾਂ ਬੋਲਦੇ ਹਾਂ, ਭਾਸ਼ਾ ਖਤਮ ਹੋ ਜਾਂਦੀ। ਜਿਹੜਾ ਇਹ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਵੀ ਉਹਨਾਂ ਸਮੇਂ ਜਿੰਨਾ ਸਮਾਂ ਆਪਾਂ ਇਹ ਪਾਉਣ ਦੇ ਵਿੱਚ ਮਿਲੇ ਹਾਂ ਸਰੀਰ ਦੇ ਵਿੱਚ, ਉਹਨਾਂ ਸਮਾਂ ਹੀ ਆਪਾਂ ਇਹ ਵਾਹਿਗੁਰੂ ਜਪਦੇ ਹਾਂ। ਜਦੋਂ ਆਪਾਂ ਪਾਉਣ ਤੋਂ ਵੱਖ ਹੋ ਗਏ, ਉੱਥੇ ਇਹ ਵੀ ਬੰਦ ਹੋ ਜਾਂਦਾ ਤੇ ਉੱਥੇ ਮਾਲਕ ਦੀ ਆਵਾਜ਼ ਚੱਲਦੀ ਹੈ। ਜਿਵੇਂ ਹੁਣ ਆਪਾਂ ਸੌਂ ਜਾਂਦੇ ਹਾਂ, ਸੁੱਤੇ ਹੋਏ ਆਪਾਂ ਨੂੰ ਰੁਕ ਜਾਂਦਾ, ਜੇ ਆਪਾਂ ਸਿਮਰਨ ਕਰਦੇ ਸਿਮਰਨ ਰੁਕ ਜਾਂਦਾ। ਜੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਦੇ ਪੜ੍ਹਦੇ ਆਪਾਂ ਨੂੰ ਨੀਂਦ ਆ ਗਈ, ਉਹ ਗੁਰਬਾਣੀ ਉੱਥੇ ਹੀ ਰੁਕ ਜੇਗੀ। ਸੋ ਜਦੋਂ ਅਸੀਂ ਫਿਰ ਇਸ ਸਰੀਰ ਤੋਂ ਵੱਖ ਹੋ ਕੇ ਉਹ ਮਾਲਕ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦਿੱਤਾ, ਫਿਰ ਉੱਥੇ ਭਾਸ਼ਾ ਖਤਮ ਹੋ ਜਾਂਦੀ, ਉੱਥੇ ਮਾਲਕ ਦੀ ਭਾਸ਼ਾ ਚੱਲਦੀ ਅਨਹਦ। ਉਹ ਜਿਹੜਾ ਇਲਾਕਾ ਫਿਰ ਆਪਾਂ ਅਨਹਦ ਇਲਾਕੇ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ ਤੇ ਉੱਥੇ ਫਿਰ ਜਿਹੜੀ ਮਾਲਕ ਦੀ ਭਾਸ਼ਾ ਉਹ ਵੀ ਅਨਹਦ ਹੈ। ਜਿਵੇਂ ਪਰਮਾਤਮਾ ਆਪ ਬੇਅੰਤ ਹੈ, ਇਸੇ ਤਰ੍ਹਾਂ ਹੀ ਜੋ ਉਹਨਾਂ ਦੇ ਮੁਖ ਦੀ ਆਵਾਜ਼ ਨਾਮ ਉਹ ਵੀ ਬੇਅੰਤ ਹੈ, ਉਸ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਮਾਲਕ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ, ਇਸੇ ਤਰ੍ਹਾਂ ਹੀ ਜੋ ਨਾਮ ਹੈ ਉਹਦਾ ਵੀ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ ਹੈ। ਉਹ ਸਿਰਫ ਆਪਾਂ ਨੂੰ ਸੁਣਾਈ ਦਿੰਦਾ, ਉਹ ਕਿਸੇ ਲਿਖਤ 'ਚ ਨਹੀਂ ਆਉਂਦਾ, ਉਹ ਕਿਸੇ ਭਾਸ਼ਾ 'ਚ ਨਹੀਂ ਆਉਂਦਾ, ਉਹ ਸਿਰਫ ਆਪਾਂ ਸੁਣ ਸਕਦੇ ਹਾਂ, ਉਹ ਸੁਣਾਈ ਦਿੰਦਾ ਹੈ। ਜਿਸ ਵਰਤੇ ਮਹਾਰਾਜ ਕਹਿੰਦੇ ਨੇ, ਤਿਸ ਰੂਪ ਨ ਰੇਖ ਨਾਹਦ ਵਾਜੇ ਸ਼ਬਦ ਨਿਰੰਜਨ ਕੀਆ। ਬਈ ਉਸ ਨਾਮ ਦਾ, ਉਸ ਸ਼ਬਦ ਗੁਰੂ ਦਾ ਕੋਈ ਰੂਪ ਕੋਈ ਰੰਗ ਕੋਈ ਰੇਖ, ਬਈ ਉਹਦਾ ਕਿਸੇ ਰੇਖ ਕਿਸੇ ਲਾਈਨ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਲਿਖਿਆ ਨਹੀਂ ਜਾਂਦਾ, ਸਿਰਫ ਉਹ ਆਪਾਂ ਨੂੰ ਸੁਣਾਈ ਦਿੰਦਾ, ਆਪਾਂ ਸੁਣ ਸਕਦੇ। ਸੁਣੇਗਾ ਵੀ ਉਹਨੂੰ ਹੀ ਜਿਹੜਾ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਕੇ ਸਹਿਜ ਵਿੱਚ ਜਾਏ। ਜਿਹੜਾ ਸਹਿਜ ਚਲੇ ਗਿਆ ਉਹਨੂੰ ਅੰਦਰੋਂ ਸੁਣੇਗਾ, ਚਾਹੇ ਕੋਈ ਨਾਲ ਬੈਠਾ ਉਹਨੂੰ ਨਹੀਂ ਸੁਣੇਗਾ, ਕਿਉਂਕਿ ਉਹ ਆਪਣੇ ਮਨ ਦੀ ਅਵਸਥਾ ਹੈ। ਸੋ ਇਸ ਵਾਸਤੇ ਫਿਰ
महाराज जी से बेनती करते मालक नूं भी साडे ते किरपा करो, सानू अपनी भगती ते लावो, सानू नाम दे नाल जोड़ो। अगे महाराज फरमाउंदे अष्टपदी जाचक जन जाचे प्रवदान कर किरपा देवो हर नाम। जाचक जन बई तेरे दर दे उतों मालक तो दान मंगदे, मालक चों ये नाम की दात मंगदे भी साडे ते किरपा करो, सानू ये नाम की दात देवो। जिवें महाराज कहंदे भी सानू भगती ते लावो। भगती की है भी नाम, भी सानू वो नाम की दात दवो ताकि असीं उहनूं सुणीए ते असीं भगती करिए। इस वास्ते फिर आप जदों सतगुरां तो मंगना आपां भी फिर ये नाम की दात मंगनी होंदी। नाम तो बिना नाम नूं छड्ड के जदों असीं होर कुछ मंगी जाने वो असीं दुख ही मंगते हैं जे असीं नाम दे नाल नहीं जुड़े। ताइयों मारे सानू फरमाउंदे बिन तुद होर जे मंगना, सैर दुखां के दुख देहो नाम संतोखिया उतरे मन की भुख। कि सानू देवो नाम की दात जिहदे नाल साडे मन की भुख खत्म हो जाए, साडे मन की तृप्ति हो जाए, साडा मन रज जे। सो ये फिर दातां असीं फिर ही मंगदे जदों असीं सत्संगत करदे हां, सानू थोड़ी जी होश आउंदी। जदों सानू ज्ञान हुंदा, साडे मन नूं थोड़ी सोझी आउंदी, फिर ये आपदे वास्ते मंगदा है। जद तक जीव संगत नहीं करता, सिमरन नहीं करता, उन्होंने ज्ञान भी नहीं होंदा ते उन्होंने पता ही नहीं भी मैं मंगना की है। वो मंगी भी आपदे वास्ते तो मंगदा नहीं, वो मंगदा है तन वास्ते मंगी जांदा जिहड़ा बगाना है, होरां वास्ते मंगी जांदा, शरीरां वास्ते, आपदे मन वास्ते नहीं मंगदा। ते महाराज कहंदे भी ये शरीर भी नासवान है ते इहदे नाल जिहड़े पदार्थ जुड़े वो भी नासवान। तुसीं जे मंगना ते आपदे वास्ते मंगो, मन वास्ते मंगो। हुण मन वास्ते असीं फिर मंगदे हां जदों सानूं मन का ज्ञान हुंदा, जदों असीं सत्संगत विच आउंदे हां, फिर आपां गुरबाणी गुरु नूं विचारदे हां ते फिर सानूं पता लगदा भी असीं मंगना की है। फिर आपां आपदे मन वास्ते ये नाम की दात मंगते हैं। अगे सतगुरु बख्शिश करदे साध जना की मांगो धूर, पार ब्रह्म मेरी शरधा पूर। फिर असीं मंगते हैं भी सानू साधु जना की धूड़ी देवो ते साडे जिहड़ी मन की शरधा जो साडी वो इच्छा वो पूरी करो। हुण ये साधु जना की धूड़ी असीं फिर ही मंगते हैं जदों साडे मन नूं थोड़ी सोझी आउंदी है। फिर ही असीं बेनतियां करते हैं भी किरपा करो महाराज, सानू ऐसे गुरमुख मिलाओ भी जिहड़े तैनूं मिले हुए ने, ताकि असीं भी उन्हां दा संग करके, उन्हां दी संगत करके, उन्हां तो ज्ञान सोझी लैके असीं भी आपदे जीवन दा लाहा खट लईए। फिर आपां सत्संगत मंगते हैं। महाराज कहंदे कहो नानक प्रभ बख्श करीजै, कर किरपा मोहे साध संग दीजै। फिर असीं मालक नूं बेनतियां करते भी महाराज बख्शिश करो, सानू साधु जनां दा संग दे दो, सानू ऐसे गुरमुखां दा संग दे दो भी जिहड़े तैनूं मिले होए, ताकि असीं भी उन्हां तो सोझी, असीं भी ज्ञान ले लईए, वो सानू भी मिला देण। क्योंकि जिहड़े आप मिले वो आपां नूं भी मिला सकते। संत
ਪਰਮਾਤਮਾ ਨੂੰ ਮਿਲੇ ਹੁੰਦੇ ਤੇ ਉਹ ਚਾਹੁਣ ਤੇ ਉਹ ਸਾਨੂੰ ਮਿਲਾ ਸਕਦੇ। ਮਾਰੇ ਫਰਮਾਉਂਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਈ। ਇਹ ਉਹ ਸੰਤ ਜੋ ਪਰਮਾਤਮਾ ਦੀ ਉਹ ਕਿਰਪਾ ਕਰਨ ਤੇ ਕਿਰਪਾ ਕਰਕੇ ਮਿਲਾ ਦਿੰਦੇ ਸਨ, ਕਿਉਂਕਿ ਜਿਹੜਾ ਆਪ ਮਿਲਿਆ ਉਹ ਮਿਲਾ ਵੀ ਸਕਦਾ, ਪਰ ਉਹ ਮਿਲਾਉਂਦੇ ਸਾਨੂੰ ਫੇਰ ਹੀ ਜਦੋਂ ਸਾਡੇ ਅੰਦਰ ਤੜਫ ਹੁੰਦੀ, ਜਦੋਂ ਸਾਡੇ ਅੰਦਰ ਵਿਰਾਗ ਹੁੰਦਾ ਮਿਲਣ ਦਾ। ਇਹ ਤੜਫ ਤੇ ਵਿਰਾਗ ਸਾਡੇ ਅੰਦਰ ਪੈਦਾ ਹੁੰਦਾ ਸਤਸੰਗਤ ਕਰਕੇ। ਜਦੋਂ ਅਸੀਂ ਸੰਗਤ ਕਰਦੇ ਹਾਂ ਸਾਡੇ ਮਨ ਤੋਂ ਮੈਲ ਉਤਰਦੀ, ਫਿਰ ਸਾਡੇ ਅੰਦਰ ਇਹ ਤੜਫ ਤੇ ਵਿਰਾਗ ਪੈਦਾ ਹੁੰਦਾ ਵੀ ਅਸੀਂ ਵੀ ਰੱਬ ਨੂੰ ਮਿਲੀਏ, ਵੀ ਜਿਹਨੇ ਸਾਨੂੰ ਪੈਦਾ ਕੀਤਾ, ਜੋ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਅਸੀਂ ਉਹਨੂੰ ਦੇਖੀਏ ਤਾਂ ਸਹੀ ਵੀ ਉਹ ਸਾਡਾ ਮਾਂ ਪਿਓ ਹੈ ਕਿਹੋ ਜਿਹਾ, ਜੋ ਸਾਡਾ ਇੰਨਾ ਖਿਆਲ ਰੱਖਦਾ, ਸਾਡੀ ਪਾਲਣਾ ਪੋਸ਼ਣਾ ਕਰਦਾ, ਸਾਡੀ ਸਾਰੀਆਂ ਲੋੜਾਂ ਪੂਰੀਆਂ ਕਰਦਾ, ਮਨ ਦੀਆਂ ਤਨ ਦੀਆਂ, ਵੀ ਅਸੀਂ ਵੀ ਉਹਨੂੰ ਮਿਲੀਏ ਤਾਂ ਸਹੀ। ਤੇ ਫਿਰ ਉਹ ਸਾਡੇ ਅੰਦਰ ਜਦੋਂ ਤੜਫ ਪੈਦਾ ਹੁੰਦੀ, ਵਿਰਾਗ ਪੈਦਾ ਹੁੰਦਾ, ਫਿਰ ਅਸੀਂ ਮਿਲਣ ਵਾਸਤੇ ਬੇਨਤੀਆਂ ਕਰਦੇ ਹਾਂ, ਫਿਰ ਅਸੀਂ ਉਹ ਸ਼ਿੰਗਾਰ ਕਰਦੇ ਹਾਂ ਆਪਦੇ ਪਤੀ ਨੂੰ ਮਿਲਣ ਵਾਸਤੇ, ਵੀ ਜਿਹਦੇ ਸ਼ਿੰਗਾਰ ਦੇ ਨਾਲ ਉਹ ਸਾਡੇ ਤੇ ਪ੍ਰਸੰਨ ਹੁੰਦਾ। ਤੇ ਆਪਾਂ ਨੂੰ ਫਿਰ ਉਹ ਸੁਹਾਗਣਾ ਦੱਸਦੀਆਂ, ਸਾਧੂ ਜਨ ਉਹਨਾਂ ਨੂੰ ਸੁਹਾਗਣਾ ਆਖਿਆ, ਉਹ ਫਿਰ ਆਪਾਂ ਨੂੰ ਸੁਹਾਗਣਾ ਦੱਸਦੀਆਂ ਵੀ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਤੁਸੀਂ ਕਿਹੜਾ ਸ਼ਿੰਗਾਰ ਕੀਤਾ, ਤੁਹਾਡੇ ਤੇ ਕਿਵੇਂ ਮਾਲਕ ਪ੍ਰਸੰਨ ਹੋਇਆ, ਕਿਵੇਂ ਤੁਸੀਂ ਸੁਹਾਗਣਾ ਹੋ ਗਈਆਂ, ਕਿਵੇਂ ਤੁਸੀਂ ਪਤੀ ਵਾਲੀਆਂ ਬਣ ਗਈਆਂ। ਉਹ ਫਿਰ ਆਪਾਂ ਉਹਨਾਂ ਤੋਂ ਪੁੱਛਦੇ ਹਾਂ। ਮਹਾਰਾਜ ਕਹਿੰਦੇ ਪੁੱਛੋ। ਕੀ ਪੁੱਛਣਾ? ਕਹਿੰਦੇ ਪੁੱਛੋ ਜਾਏ ਸੁਹਾਗਣੀ, ਤੁਸੀਂ ਰਾਵੇ ਆ ਕਿੰਨੀ ਗੁਣੀ। ਵੀ ਅਸੀਂ ਉਹਨਾਂ ਸਾਧੂਆਂ ਤੋਂ ਪੁੱਛਣਾ, ਸੰਤਾਂ ਤੋਂ, ਗੁਰਸਿੱਖਾਂ ਤੋਂ ਪੁੱਛਣਾ ਜਿਹੜੀਆਂ ਸੁਹਾਗਣਾ, ਇਹ ਤੁਸੀਂ ਕਿਹੜੇ ਗੁਣ ਧਾਰਨ ਕੀਤੇ, ਕਿਵੇਂ ਤੁਹਾਡੇ ਤੇ ਮਾਲਕ ਪ੍ਰਸੰਨ ਹੋਇਆ, ਕਿਵੇਂ ਉਹਨੇ ਤੁਹਾਡੇ ਨਾਲ ਮਿਲਾਪ ਕਰ ਲਿਆ। ਉਹ ਫਿਰ ਆਪਾਂ ਨੂੰ ਦੱਸਦੀਆਂ, ਕਹਿੰਦੀਆਂ ਸਹਿਜ ਸ਼ਿੰਗਾਰ ਬਣਾਈਆ ਮਿੱਠਾ ਬੋਲਣੀ, ਪੈਰ ਰਸਾਲੂ ਤਾਂ ਮਿਲੇ ਜੇ ਗੁਰ ਕਾ ਸ਼ਬਦ ਸੁਣੀ। ਉਸ ਸੁਹਾਗਣਾ ਦੱਸਦੀਆਂ ਵੀ ਅਸੀਂ ਸਹਿਜ ਵਿੱਚ ਰਹਿਣਾ ਸ਼ੁਰੂ ਕੀਤਾ, ਸਹਿਜ ਦਾ ਸ਼ਿੰਗਾਰ ਬਣਾਇਆ, ਮਿੱਠਾ ਬੋਲਣਾ ਸ਼ੁਰੂ ਕੀਤਾ, ਕਦੇ ਕਿਸੇ ਨੂੰ ਕੌੜਾ ਨਹੀਂ ਬੋਲਿਆ, ਫਿੱਕਾ ਨਹੀਂ ਬੋਲਿਆ, ਕਦੇ ਕਿਸੇ ਦੀ ਨਿੰਦਿਆ ਨਹੀਂ ਕੀਤੀ, ਕਦੇ ਐਸਾ ਬਚਨ ਨਹੀਂ ਮੂੰਹ ਚੋਂ ਕੱਢਿਆ ਵੀ ਕਿਸੇ ਦਾ ਮਨ ਦੁਖੇ, ਕਿਸੇ ਨੂੰ ਕੋਈ ਤਕਲੀਫ ਹੋਵੇ। ਸਹਿਜ ਵਿੱਚ ਜਦੋਂ ਸਹਿਜ 'ਚ ਰਹਿਣਾ ਸ਼ੁਰੂ ਕੀਤਾ, ਮਿੱਠਾ ਬੋਲਣਾ ਸ਼ੁਰੂ ਕੀਤਾ, ਗੁਰੂ ਦੇ ਸ਼ਬਦ ਨੂੰ ਕਮਾਇਆ, ਸੁਣਿਆ ਤੇ ਮਾਲਕ ਪ੍ਰਸੰਨ ਹੋ ਗਿਆ। ਤੇ ਆਪਾਂ ਨੂੰ ਫਿਰ ਉਹ ਦੱਸਦੀਆਂ ਵੀ ਤੁਸੀਂ ਵੀ ਇਹ ਸ਼ਿੰਗਾਰ ਬਣਾਓ, ਤੁਸੀਂ ਵੀ ਸਹਿਜ ਵਿੱਚ ਰਹਿਣਾ ਸ਼ੁਰੂ ਕਰੋ, ਤੁਸੀਂ ਵੀ ਮਿੱਠਾ ਬੋਲਣਾ ਸ਼ੁਰੂ ਕਰੋ, ਕਿਸੇ ਨੂੰ ਫਿੱਕਾ ਨਾ ਬੋਲੋ, ਮਾੜਾ ਨਾ ਬੋਲੋ। ਜਦੋਂ ਅਸੀਂ ਫਿਰ ਉਹਨਾਂ ਦਾ ਆਖਿਆ ਮੰਨਦੇ ਹਾਂ ਤੇ ਫਿਰ ਮਾਲਕ ਆਪਣੇ ਤੇ ਵੀ ਪ੍ਰਸੰਨ ਹੋ ਜਾਂਦਾ ਹੈ। ਫਿਰ ਸਾਡੇ ਮਨ ਦੀ ਜੋ ਇੱਛਾ ਉਹ ਫਿਰ ਮਾਲਕ ਆਪ ਪੂਰੀ ਕਰ ਦਿੰਦਾ। ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਵੀ ਜੋ ਸਾਡੀ ਇੱਛਾ ਸੀ ਉਹ ਪੂਰੀ ਹੋ ਗਈ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੇ ਧਿਆਵੋ। ਬਈ ਸਦਾ ਹੀ ਉਸ ਪਰਮਾਤਮਾ ਪ੍ਰਭੂ ਦੇ ਗੁਣ ਗਾਵੋ, ਸਦਾ ਹੀ ਉਹਦਾ ਸਿਮਰਨ ਕਰੋ, ਉਹਦੀ ਵਡਿਆਈ, ਉਹਦੀ ਉਸਤਤ ਕਰਦੇ ਰਹੋ। ਸਾਸ ਸਾਸ ਮਾਲਕ ਨੂੰ ਧਿਆਵੋ। ਜਦੋਂ ਅਸੀਂ ਸਾਸ ਸਾਸ ਮਾਲਕ ਨੂੰ ਧਿਆਉਂਦੇ ਹਾਂ, ਫਿਰ ਇਹਦਾ ਸਾਨੂੰ ਇਹ ਫਾਇਦਾ ਹੁੰਦਾ ਲਾਹਾ ਵੀ ਸਾਡੇ ਜਿਹੜੀਆਂ ਚਿੰਤਾ ਫਿਕਰ ਉਹ ਸਾਰੇ ਖਤਮ ਹੋ ਜਾਂਦੇ। ਮਹਾਰਾਜ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੀ ਚਿੰਦ।
ਕਿ ਜਦੋਂ ਅਸੀਂ ਸਾਥ ਮਾਲਕ ਨੂੰ ਧਿਆਵਾਂਗੇ, ਸਾਡੀ ਚਿੰਤ, ਸਾਡੀ ਚਿੰਤਾ, ਸਾਡੇ ਫਿਕਰ ਸਭ ਖਤਮ ਹੋ ਜਾਂਦੇ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਦੇ ਗੁਣ ਹਰ ਇੱਕ ਸਵਾਸ ਦੇ ਨਾਲ ਗਾਉਂਦੇ ਰਹੋ। ਇਹ ਕੱਲ ਤੇ ਨਾ ਛੱਡੋ, ਆਲਸ ਨਾ ਕਰੋ। ਇਹਦੇ ਵਿੱਚ ਸਾਡੇ ਕੋਲ ਸਮਾਂ ਬੜਾ ਸੀਮਤ ਹੈ, ਗਿਣਤੀ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਵੇ। ਜਿਵੇਂ ਹੁਣ ਆਮ ਜੀਵ ਕਹਿ ਦਿੰਦੇ ਵੀ ਬਥੇਰਾ ਸਮਾਂ ਪਿਆ ਜੀ, ਹਜੇ ਸੰਗਤ ਕਰਨ ਨੂੰ ਕੀ ਹੈ, ਹਜੇ ਕੰਮ ਕਾਰ ਕਰ ਲਈਏ, ਹਜੇ ਗੁਰੂ ਵਾਲੇ ਬਣਨ ਦੀ ਕੀ ਲੋੜ ਹੈ, ਹਜੇ ਸੰਸਾਰ ਦੀਆਂ ਮੌਜ ਮਸਤੀਆਂ ਕਰ ਲਈਏ, ਬਥੇਰਾ ਸਮਾਂ ਪਿਆ। ਇਹ ਤਾਂ ਜਦੋਂ ਜੀਵ ਬਜ਼ੁਰਗ ਹੋ ਜਾਵੇ ਉਦੋਂ ਗੁਰੂ ਵਾਲੇ ਬਣੀਦਾ, ਉਦੋਂ ਸੰਗਤ ਕਰੀਦੀ, ਪਹਿਲਾਂ ਕੀ ਲੋੜ ਹੈ। ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਜ਼ਰੂਰੀ ਥੋੜ੍ਹੀ ਵੀ ਤੁਸੀਂ ਬੁੱਢੇ ਹੋ ਕੇ ਮਰਨਾ। ਮਾਲਕ ਸਾਨੂੰ ਬਚਪਨ 'ਚ ਵੀ ਬੁਲਾ ਸਕਦਾ, ਉਹ ਸਾਨੂੰ ਜਵਾਨੀ 'ਚ ਵੀ ਬੁਲਾ ਸਕਦਾ, ਤੇ ਜਦੋਂ ਬੁਢੇਪਾ ਆ ਗਿਆ ਫਿਰ ਤਾਂ ਜਾਣਾ ਹੀ ਜਾਣਾ। ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਖੇਤੀ, ਮਾਲਕ ਦੀ ਇੱਛਾ ਉਹ ਚਾਹੇ ਹਰੀ ਵੱਢ ਲੇ, ਉਹ ਚਾਹੇ ਡੰਡਰੀ ਅੱਧੀ ਪੱਕੀ ਵੱਢ ਲੇ, ਤੇ ਜਦੋਂ ਪੱਕ ਗਈ ਪੂਰੀ ਫਿਰ ਤੋਂ ਨਹੀਂ ਵੱਢਣੀ। ਇਸੇ ਤਰ੍ਹਾਂ ਹੀ ਕਹਿੰਦੇ ਵੀ ਚਾਹੇ ਹਰੀ, ਚਾਹੇ ਉਹ ਸਾਨੂੰ ਬਚਪਨ 'ਚ ਲੈ ਜੇ, ਚਾਹੇ ਡੰਡਰੀ, ਚਾਹੇ ਉਹ ਸਾਨੂੰ ਜਵਾਨੀ 'ਚ ਲੈ ਜੇ, ਤੇ ਜਦੋਂ ਪੱਕ ਗਈ ਬੁਢੇਪਾ ਆ ਗਿਆ ਫਿਰ ਤੋਂ ਨਹੀਂ ਵੱਢਣੀ। ਮਾਰੇ ਫਰਮਾਉਂਦੇ ਹਰੀ ਨਾਹੀਂ ਡੰਡਰੀ, ਪੱਕੀ ਵੱਢਣ ਹਾਰ। ਚਾਹੇ ਉਹ ਹਰੀ ਵੱਢ ਲੇ, ਚਾਹੇ ਡੰਡਰੀ ਵੱਢ ਲੇ, ਚਾਹੇ ਪੱਕੀ ਵੱਢ ਲੇ, ਇਹ ਮਾਲਕ ਦੀ ਖੇਚੀ। ਆਪਾਂ ਨੂੰ ਕਹਿੰਦੇ ਵੀ ਉਹ ਸਮਾਂ ਪਤਾ ਨਹੀਂ ਕਦੋਂ ਆ ਜਾਣਾ। ਤੁਸੀਂ ਇਸ ਵਾਸਤੇ ਹਰ ਇੱਕ ਸਵਾਸ ਨਾਲ ਮਾਲਕ ਦੇ ਗੁਣ ਗਾਉਂਦੇ ਰਹੋ। ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਬਿਲਮ ਨਾ ਕਰੋ, ਵੀ ਇਹਦੇ ਵਿੱਚ ਬਿਲਮ ਹੁੰਦਾ ਵੀ ਦੇਰੀ ਨਾ ਕਰੋ, ਇਹਦੇ ਵਿੱਚ ਸਮਾਂ ਏਦਾਂ ਬਰਬਾਦ ਨਾ ਕਰੋ, ਕੱਲ ਤੇ ਨਾ ਛੱਡੋ। ਮਹਾਰਾਜ ਫਰਮਾਉਂਦੇ ਗੱਗਾ ਗੋਬਿੰਦ ਗੁਣ ਰਵੋ, ਸਾਹ ਜਪ ਨੀਤ, ਕਹਾ ਬਸਾਸਾ ਦੇ ਕਾ, ਬਿਲਮ ਨਾ ਕਰਿਓ ਮੀਤ। ਨਹਿ ਬਾਰਕ ਨਹਿ ਜੋਬਨੇ, ਨਾ ਬਿਰਦੀ ਕਿਛ ਬੰਦ, ਉਹ ਵੇਲਾ ਨਾ ਬੂਝੀਏ ਜੋ ਆਈ ਭਰੀ ਜਮ ਫੰਦ। ਵੀ ਉਹ ਵੇਲਾ ਪਤਾ ਨਹੀਂ ਕਦੋਂ ਆ ਜਾਣਾ, ਕਦੋਂ ਜਮਾਨੇ ਆ ਗਏ ਮਨ ਨੂੰ ਹੱਲਣ। ਵੀ ਇਸ ਕਰਕੇ ਕਹਿੰਦੇ ਵੀ ਤੁਸੀਂ ਹਰ ਇੱਕ ਸਵਾਸ ਨਾਲ ਸਾਥ ਮਾਲਕ ਨੂੰ ਧਿਆਵੋ, ਉਹਦਾ ਸਿਮਰਨ ਕਰੋ। ਅੱਗੇ ਮਾਰੇ ਫਰਮਾਉਂਦੇ ਚਰਨ ਕਮਲ ਸਿਉ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਬਈ ਮਾਲਕ ਦੇ ਜੋ ਚਰਨ ਕਮਲ, ਜੋ ਨਾਮ, ਜੋ ਮਾਲਕ ਦੀ ਆਵਾਜ਼, ਉਹਦੇ ਨਾਲ ਪ੍ਰੀਤ ਪਾਓ। ਉਹਦੇ ਨਾਲ ਪ੍ਰੀਤ ਪੈਂਦੀ ਸੁਣ ਕੇ। ਜੋ ਮਾਰੇ ਸਾਨੂੰ ਕਹਿੰਦੇ ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਆਪਣੇ ਮਨ ਨੂੰ ਸੰਤ ਕਹਿ ਕੇ ਕਹਿੰਦੇ ਵੀ ਇਹ ਸੰਤੋ ਸ਼ਬਦ ਦੇ ਨਾਲ ਪਿਆਰ ਪਾਓ। ਉਹ ਸ਼ਬਦ ਨਾਲ ਪਿਆਰ ਪੈਂਦਾ ਸਾਡਾ ਸੁਣ ਕੇ। ਜਦੋਂ ਅਸੀਂ ਸੁਣੀ ਜਾਵਾਂਗੇ ਮਾਲਕ ਦੀ ਆਵਾਜ਼ ਨੂੰ, ਮਾਲਕ ਬੋਲੀ ਜਾਂਦਾ ਸਾਡੇ ਅੰਦਰ, ਅਸੀਂ ਉਹਨੂੰ ਸੁਣੀ ਜਾਂਦੇ, ਫਿਰ ਸੁਣ ਕੇ ਉਹਦੇ ਵਿੱਚੋਂ ਸਾਨੂੰ ਅੰਮ੍ਰਿਤ ਰਸ ਆਉਣ ਲੱਗ ਜਾਂਦਾ ਹੈ। ਫਿਰ ਉਸ ਨੂੰ ਕਹਿੰਦੇ ਵੀ ਚਰਨ ਕਮਲ ਦੇ ਨਾਲ ਇਹਨਾਂ ਦੀ ਪ੍ਰੀਤ ਲੱਗ ਗਈ, ਇਹਨਾਂ ਦਾ ਪ੍ਰੇਮ ਪੈ ਗਿਆ। ਤੇ ਜਦੋਂ ਪ੍ਰੇਮ ਪੈ ਗਿਆ ਅਸੀਂ ਸੁਣੀ ਜਾਣਾ ਮਾਲਕ ਦੀ ਆਵਾਜ਼ ਨੂੰ। ਫਿਰ ਇਸੇ ਨੂੰ ਹੀ ਭਗਤੀ ਕਹਿੰਦੇ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਵੀ ਨਿਤ ਹੀ ਮਾਲਕ ਦੀ ਭਗਤੀ ਕਰੋ। ਭਗਤੀ ਕੀ, ਵੀ ਮਾਲਕ ਦੇ ਚਰਨ ਕਮਲਾਂ ਦੇ ਨਾਲ ਜੁੜੋ, ਵੀ ਮਾਲਕ ਦੀ ਆਵਾਜ਼ ਹੈ ਜਿਹੜੀ ਉਸ ਨੂੰ ਸੁਣੋ। ਇਸੇ ਨੂੰ ਹੀ ਫਿਰ ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ, ਪਰਮਾਤਮਾ ਨੂੰ
ਸੱਜਣ ਆਖੇ। ਕਹਿੰਦੇ ਵੀ ਸਾਡੇ ਤੇ ਕਿਰਪਾ ਕਰੋ ਵੀ ਅਸੀਂ ਸਦਾ ਹੀ ਤੇਰੇ ਚਰਨਾਂ ਦੀ ਧੂੜੀ ਬਣੀ ਰਹੀਏ, ਵੀ ਸਾਡੀ ਸਦਾ ਹੀ ਲੈਵ ਤੇਰੇ ਚਰਨ ਕਮਲਾਂ ਦੇ ਨਾਲ ਜੁੜੀ ਰਹੇ। ਮਾਰੇ ਫਰਮਾਉਂਦੇ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ, ਕਿ ਮੈਂ ਸਦਾ ਹੀ ਤੇਰੇ ਚਰਨਾਂ ਦੀ ਧੂੜੀ ਬਣ ਜਾ, ਇਹ ਸਦਾ ਹੀ ਮੇਰੀ ਲੈਵ ਨਾਮ ਦੇ ਨਾਲ ਲੱਗੀ ਰਹੇ, ਜੁੜੀ ਰਹੇ। ਤੇ ਜਦੋਂ ਸਾਡੀ ਲੈਵ ਨਾਮ ਦੇ ਨਾਲ ਲੱਗੀ, ਫਿਰ ਜੇ ਅਸੀਂ ਤੋੜਨਾ ਵੀ ਚਾਹੀਏ ਉਹ ਲੈਵ ਟੁੱਟਦੀ ਨਹੀਂ ਸਾਡੀ। ਜੇ ਅਸੀਂ ਛੱਡਣਾ ਵੀ ਚਾਹੀਏ ਤੇ ਉਹ ਛੱਡੀ ਨਹੀਂ ਜਾਂਦੀ। ਮਾਰੇ ਕਹਿੰਦੇ ਮੂਹ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋਰੀ ਨਾ ਛੂਟੇ, ਐਸੀ ਮਾਧੋ ਖਿੰਚਤ ਨਹੀਂ। ਬਈ ਐਸੀ ਫਿਰ ਪ੍ਰੇਮ ਦੀ ਖਿੱਚ ਪਰਮਾਤਮਾ ਦੀ, ਮਾਲਕ ਦੀ, ਨਾਮ ਦੀ, ਉਹ ਫਿਰ ਲੈਵ ਸਾਡੀ ਕਿਸੇ ਦੇ ਤੋੜਿਆਂ ਟੁੱਟਦੀ ਨਹੀਂ। ਚਾਹੇ ਸਾਰਾ ਸੰਸਾਰ ਇੱਕ ਪਾਸੇ ਤੇ ਮਾਲਕ ਦਾ ਪਿਆਰਾ ਉਹ ਇਕੱਲਾ ਇੱਕ ਪਾਸੇ, ਉਹਨੂੰ ਕੋਈ ਤੋੜ ਨਹੀਂ ਸਕਦਾ। ਇਸ ਕਰਕੇ ਜੀਵਾਂ ਨੇ ਬਥੇਰੀ ਕੋਸ਼ਿਸ਼ ਕੀਤੀ ਤੋੜਨ ਦੀ। ਜਿਵੇਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਵੀ ਗੁਰੂ ਸਾਹਿਬ ਭਗਤ ਜਨ ਆਏ, ਐਸੇ ਗੁਰਸਿੱਖ ਹੋਏ ਵੀ ਜਿਨ੍ਹਾਂ ਦੀ ਪ੍ਰੀਤ ਲੱਗੀ ਨਾਮ ਦੇ ਨਾਲ। ਫਿਰ ਉਹ ਲੈਵ ਤੋੜਨ ਵਾਸਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸਜ਼ਾਵਾਂ ਕੌਣ ਦੇ ਰਿਹਾ? ਜਿਹੜੇ ਮਨ ਸੁੱਤੇ ਪਏ ਨੇ ਤੇ ਪੰਜ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕਿਉਂ ਸਜ਼ਾ ਦਿੰਦੇ ਵੀ ਇਹਨਾਂ ਦੀ ਲੈਵ ਟੁੱਟੇ, ਇਹਨਾਂ ਦੀ ਪ੍ਰੀਤ ਉੱਧਰੋਂ ਟੁੱਟੇ, ਇਹ ਖੇਲ ਨੂੰ ਜਿੱਤ ਨਾ ਜਾਣ, ਇਹ ਹਾਰਨ, ਇਹਨਾਂ ਨੂੰ ਅਸੀਂ ਹਰਾਉਣਾ। ਉਹਦੇ ਵਾਸਤੇ ਫਿਰ ਲੈਵ ਤੋੜਨ ਵਾਸਤੇ ਇਹ ਉਹਨਾਂ ਨੂੰ ਫਿਰ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ, ਸਿਰ ਦੇ ਵਿੱਚ ਗਰਮ ਰੇਤ ਪਾਈ ਵੀ ਟੁੱਟੋ, ਲੈਵ ਟੁੱਟੇ, ਪਰ ਉਹ ਟੁੱਟਦੀ ਨਹੀਂ। ਤੇ ਗੁਰਮੁਖਾਂ ਨੂੰ ਬੰਦ ਕੱਟਣ ਲੱਗੇ ਵੀ ਇਹਨਾਂ ਦੀ ਲੈਵ ਟੁੱਟੇ, ਉਹ ਨਹੀਂ ਟੁੱਟੀ। ਉਹਨੂੰ ਚਰਖੜੀਆਂ ਤੇ ਚੜਾ ਦਿੱਤਾ, ਖੋਪਰ ਲਾਤੇ ਵੀ ਇਹਨਾਂ ਦੀ ਲੈਵ ਟੁੱਟੇ, ਉਹ ਨਹੀਂ ਟੁੱਟੀ। ਸੋ ਐਸੀ ਫਿਰ ਪ੍ਰੀਤ ਨਾਮ ਦੀ ਵੀ ਜਦੋਂ ਅਸੀਂ ਇੱਕ ਵਾਰ ਜੁੜ ਕੇ, ਉਹ ਕਿਸੇ ਦੇ ਤੋੜਿਆਂ ਟੁੱਟਦੀ ਨਹੀਂ ਹੈ। ਪਰ ਅਸੀਂ ਜੁੜੇ ਹੋਈਏ ਫਿਰ ਨਹੀਂ ਟੁੱਟਦੀ। ਜੇ ਜੁੜੇ ਨਹੀਂ ਫਿਰ ਤਾਂ ਟੁੱਟੀ ਹੋਈ, ਜੇ ਜੁੜੇ ਨਹੀਂ ਫਿਰ ਤਾਂ ਟੁੱਟੀ ਹੋਈ ਸਾਡੀ। ਸੋ ਇਸ ਵਾਸਤੇ ਫਿਰ ਇਹ ਆਪਾਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ ਵੀ ਸਾਡੀ ਟੁੱਟੀ ਹੋਈ ਦੁਬਾਰਾ ਜੁੜ ਜੇ, ਸਾਡੀ ਟੁੱਟੀ ਹੋਈ ਗੰਢੀ ਜਾਵੇ। ਜੋ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਲੈਵ ਛੁੱਟ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਸਾਡੀ ਲੈਵ ਛੁੱਟ ਗਈ, ਸਾਡੀ ਲੈਵ ਟੁੱਟ ਗਈ। ਹੁਣ ਉਹ ਟੁੱਟੀ ਕਿੱਥੋਂ? ਮਾਲਕ ਦੇ ਚਰਨਾਂ ਦੇ ਨਾਲ, ਨਾਮ ਦੇ ਨਾਲੋਂ। ਤੇ ਟੁੱਟੀ ਹੋਈ ਵਾਪਸ ਫਿਰ ਸਾਡੀ ਗੰਢੀ ਜਾਂਦੀ ਜਦੋਂ ਅਸੀਂ ਇਹਦੇ ਤੇ ਵਿਚਾਰ ਕਰਦੇ। ਮਾਰੇ ਕਹਿੰਦੇ ਵੀ ਟੁੱਟੀ ਹੋਈ ਤੁਹਾਡੀ ਦੁਬਾਰਾ ਜੁੜ ਜੇਗੀ, ਗੰਢੀ ਜਾਏਗੀ ਜੇ ਤੁਸੀਂ ਇਹਦੇ ਤੇ ਵਿਚਾਰ ਕਰਨਾ। ਹੁਣ ਜਾਜਕ ਜੀ ਵਿਚਾਰ ਨਹੀਂ ਕਰਦਾ, ਪਹਿਲਾਂ ਤਾਂ ਉਹ ਮੰਨਣ ਨੂੰ ਤਿਆਰ ਨਹੀਂ। ਹੁਣ ਤੁਸੀਂ ਕਿਸੇ ਜੀਵ ਨੂੰ ਆਖੋ ਵੀ ਤੁਸੀਂ ਟੁੱਟੇ ਹੋ, ਉਹ ਕਹਿੰਦਾ ਲੈ ਮੈਂ ਟੁੱਟਿਆ, ਮੈਂ ਤਾਂ ਰੋਜ਼ ਗੁਰੂ ਘਰ ਜਾਂਦਾ, ਮੈਂ ਤਾਂ ਇੰਨੀ ਸੇਵਾ ਕਰਦਾ, ਮੈਂ ਇੰਨੀ ਗੁਰਬਾਣੀ ਪੜ੍ਹਦਾ, ਤੁਸੀਂ ਮੈਨੂੰ ਕਹਿੰਦੇ ਟੁੱਟਿਆ ਹੋਇਆ। ਤੇ ਜੇ ਮੈਂ ਟੁੱਟਿਆ ਤੇ ਫਿਰ ਜੁੜਿਆ ਕੌਣ ਹੋਇਆ? ਜਾਣੀ ਦੀ ਉਹ ਮੰਨਣ ਨੂੰ ਤਿਆਰ ਨਹੀਂ ਹੈ। ਕਿਉਂ ਨਹੀਂ ਮੰਨਦਾ? ਕਿਉਂਕਿ ਜਾਚਕ ਉਹ ਸ਼ਬਦ ਦੀ ਵਿਚਾਰ ਨਹੀਂ ਕਰਦਾ, ਜਾਚਕ ਉਹ ਸਾਧ ਸੰਗਤ ਨਹੀਂ ਕਰਦਾ। ਉਹਨਾਂ ਸਮਾਂ ਨੂੰ ਸੋਝੀ ਨਹੀਂ ਆਉਂਦੀ ਵੀ ਮੈਂ ਟੁੱਟਿਆ ਹੋਇਆ ਕਿ ਜਾਂ ਮੈਂ ਜੁੜਿਆ ਹੋਇਆ। ਇਹ ਮਾਰੇ ਸੱਚੇ ਪਾਤਸ਼ਾਹ ਸਾਨੂੰ ਇਹ ਜੁੜਿਆਂ ਹੋਇਆਂ ਦੀ ਨਿਸ਼ਾਨੀ ਦੱਸਦੇ ਵੀ ਜਿਹੜੇ ਜੁੜੇ
ਉਹਨਾਂ ਦੀ ਤਾਂ ਲਿਵ ਟੁੱਟਦੀ ਹੋਈ ਨਹੀਂ। ਉਹ ਸੰਸਾਰ ਦੇ ਵਿੱਚ ਜੋ ਮਰਜ਼ੀ ਕਰਨ ਫਿਰ ਵੀ ਉਹਨਾਂ ਦੀ ਲਿਵ ਹੈ ਜਿਹੜੀ ਉਹ ਲਿਵ ਟੁੱਟਦੀ ਨਹੀਂ, ਲਿਵ ਲੱਗੀ ਰਹਿੰਦੀ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਪਹਿਲਾਂ ਇਹਦੇ ਤੇ ਤੁਸੀਂ ਵਿਚਾਰ ਕਰੋ ਵੀ ਤੁਸੀਂ ਟੁੱਟੇ ਹੋ ਕਿ ਜਾਂ ਤੁਸੀਂ ਜੁੜੇ ਹੋਏ ਹੋ। ਹੁਣ ਜਦੋਂ ਅਸੀਂ ਵਿਚਾਰ ਕਰਦੇ ਹਾਂ ਸਾਨੂੰ ਪਤਾ ਲੱਗਦਾ ਵੀ ਅਸੀਂ ਜੁੜੇ ਤਾਂ ਹੈ। ਜੇ ਅਸੀਂ ਜੁੜੇ ਹੋਈਏ ਫਿਰ ਤਾਂ ਅਸੀਂ ਆਨੰਦ ਦੇ ਵਿੱਚ ਹੋਈਏ, ਫਿਰ ਤਾਂ ਸਾਨੂੰ ਚਿੰਤਾ ਫਿਕਰ ਇਹ ਵੈਰ ਵਿਰੋਧ ਲੱਗੇ ਹੀ ਨਾ। ਜੇ ਅਸੀਂ ਜੁੜੇ ਹੋਈਏ ਫਿਰ ਤਾਂ ਅਸੀਂ ਈਰਖਾ ਨਫ਼ਰਤ 'ਚ ਜਾਈਏ ਨਾ। ਸਾਨੂੰ ਫਿਰ ਪਤਾ ਲੱਗਦਾ ਜਦੋਂ ਅਸੀਂ ਸਤਸੰਗਤ ਕਰਦੇ ਹਾਂ, ਸਾਨੂੰ ਸੋਝੀ ਆਉਂਦੀ ਵੀ ਅਸੀਂ ਜੁੜੇ ਨਹੀਂ, ਅਸੀਂ ਟੁੱਟੇ ਹੋਏ। ਫਿਰ ਆਪਾਂ ਵਿਚਾਰ ਕਰਦੇ ਹਾਂ ਵੀ ਜੇ ਅਸੀਂ ਟੁੱਟੇ ਹਾਂ ਤੇ ਅਸੀਂ ਜੁੜੀਏ ਕਿਵੇਂ। ਤੇ ਇਹੋ ਮਹਾਰਾਜ ਸਾਨੂੰ ਕਹਿ ਰਹੇ, ਕਹਿੰਦੇ ਟੂਟੇ ਗੰਠ ਪੜੇ ਵਿਚਾਰ, ਵੀ ਟੁੱਟੀ ਹੋਈ ਗੰਢੀ ਜਾਓ ਤੁਸੀਂ ਪਹਿਲਾਂ ਇੱਥੇ ਵਿਚਾਰ ਤਾਂ ਕਰੋ, ਤੁਸੀਂ ਮੰਨੋ ਤਾਂ ਸਹੀ। ਫਿਰ ਆਪਾਂ ਜਦੋਂ ਮੰਨਦੇ ਹਾਂ ਵੀ ਵਾਕਈ ਅਸੀਂ ਟੁੱਟੇ ਹੋਏ ਹਾਂ ਤੇ ਫਿਰ ਵਿਚਾਰ ਕਰਦੇ ਹਾਂ ਵੀ ਟੁੱਟੇ ਹੋਏ ਕਿਵੇਂ ਜੁੜੀਏ, ਕਿਵੇਂ ਗੰਢੀ ਜਾਵੇ। ਤੇ ਉਹ ਫਿਰ ਸਤਿਗੁਰੂ ਸਾਨੂੰ ਕਹਿੰਦੇ ਵੀ ਜਦੋਂ ਵਿਚਾਰ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ, ਫਿਰ ਅਸੀਂ ਸਿਮਰਨ ਕਰਾਂਗੇ। ਨਾਲ ਨਾਲ ਜੋ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਦਿੰਦੇ, ਗਿਆਨ ਦਿੰਦੇ, ਉਸ ਨੂੰ ਦ੍ਰਿੜ ਕਰਾਂਗੇ। ਫਿਰ ਸਾਡਾ ਮਨ ਸਹਿਜ ਜਾਏਗਾ ਤੇ ਸਹਿਜ ਦੇ ਵਿੱਚ ਜਾ ਕੇ ਸਾਡੀ ਟੁੱਟੀ ਹੋਈ ਜੁੜ ਜਾਣੀ, ਟੁੱਟੀ ਹੋਈ ਗੰਢੀ ਜਾਣੀ ਸਾਡੀ। ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਮਾਲਕ ਦੇ ਚਰਨਾਂ ਦੀ ਪ੍ਰੀਤ ਤੇ ਉਸ ਦੀ ਭਗਤੀ ਜਿਹੜੀ ਨਿਤ ਕਰਨੀ ਚਾਹੀਦੀ ਰੋਜ਼। ਅੱਗੇ ਮਹਾਰਾਜ ਕਹਿੰਦੇ ਏਕ ਓਟ ਏਕੋ ਆਧਾਰ, ਨਾਨਕ ਮੰਗੇ ਨਾਮ ਪ੍ਰਭ ਸਾਰ। ਸਤਿਗੁਰੂ ਕਹਿੰਦੇ ਵੀ ਇੱਕ ਦੀ ਹੀ ਓਟ, ਇੱਕ ਗੁਣ ਮਾਲਕ ਪਰਮਾਤਮਾ, ਤੇ ਇੱਕ ਨੂੰ ਹੀ ਆਪਣਾ ਆਧਾਰ ਆਸਰਾ ਬਣਾਇਆ, ਵੀ ਹੋਰ ਕਿਸੇ ਦਾ ਆਸਰਾ ਨਹੀਂ। ਹੋਰ ਆਸਰੇ ਬਾਕੀ ਸਭ ਝੂਠੇ ਨੇ। ਮਨ ਦਾ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸਹਾਈ, ਹੋਰ ਕੋਈ ਆਸਰਾ ਨਹੀਂ ਹੈ। ਇਸ ਲਈ ਮਹਾਰਾਜ ਕਹਿੰਦੇ ਹਰਿ ਬਿਨ ਕੌਣ ਸਹਾਈ ਮਨ ਕਾ, ਵੀ ਹਰੀ ਵਾਹਿਗੁਰੂ ਤੋਂ ਬਿਨਾਂ ਕੌਣ ਸਹਾਈ ਮਨ ਦਾ, ਕੋਈ ਵੀ ਨਹੀਂ। ਕਿਉਂਕਿ ਇੱਧਰ ਜਿਹੜੇ ਸਾਡਾ ਸਾਰਾ ਸਹਾਈ ਹੈ ਤਨ ਕਰਕੇ ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ ਤੇ ਤਨ ਨੂੰ ਅਸੀਂ ਪਿਆਰ ਕਰਦੇ ਹਾਂ। ਜਿਹੜਾ ਦੇ ਅੰਦਰ ਮਨ ਵਸਦਾ ਉਹਦਾ ਸਾਨੂੰ ਗਿਆਨ ਨਹੀਂ, ਉਹਦੀ ਸਾਨੂੰ ਸੋਝੀ ਨਹੀਂ ਹੈ, ਉਹਦਾ ਸਾਨੂੰ ਪਤਾ ਨਹੀਂ ਹੈ। ਸੋ ਇਸ ਵਾਸਤੇ ਫਿਰ ਜੇ ਸਾਨੂੰ ਅੰਦਰਲੇ ਦਾ ਨਹੀਂ ਪਤਾ ਜਿਹੜਾ ਇਹਦੇ ਅੰਦਰ ਵਸਦਾ, ਫਿਰ ਸਾਡਾ ਜਿਹੜਾ ਪਿਆਰ ਉਹ ਝੂਠਾ। ਤੇ ਸਾਰੀ ਉਮਰ ਜੀਵ ਜਿਹੜੇ ਸਰੀਰ ਨੂੰ ਪਿਆਰ ਕਰਦਾ ਰਹਿੰਦਾ ਤੇ ਜਦੋਂ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਫਿਰ ਰੋਂਦੇ ਜੀਵ ਕੋਲੇ ਬੈਠ ਕੇ ਫਿਰ ਵਿਰਾਗ ਕਰਦੇ। ਫਿਰ ਮਹਾਰਾਜ ਕਹਿੰਦੇ ਵੀ ਹੁਣ ਕਿਉਂ ਰੋਂਦੇ? ਕਹਿੰਦੇ ਹੁਣ ਤਾਂ ਰੋਂਦੇ ਵੀ ਜਿਹੜਾ ਇਹਦੇ ਵਿੱਚ ਵਸਦਾ ਸੀ ਉਹ ਚਲਾ ਗਿਆ, ਉਹਨੇ ਵਿੱਚ ਮੁੜ ਕੇ ਨਹੀਂ ਆਉਣਾ, ਤਾਂ ਰੋਂਦੇ। ਤੇ ਮਹਾਰਾਜ ਕਹਿੰਦੇ ਵੀ ਉਦੋਂ ਕਿਹੜਾ ਤੁਸੀਂ ਉਹਦੇ ਨਾਲ ਪਿਆਰ ਕੀਤਾ ਵੀ ਜਿਹੜਾ ਵਿੱਚ ਵਸਦਾ ਸੀ, ਉਦੋਂ ਤਾਂ ਉਹਦੀ ਪਹਿਚਾਣ ਨਹੀਂ ਕੀਤੀ, ਉਹਦਾ ਰੋਜ਼ ਹੀ ਆਉਂਦਾ ਸੀ, ਰੋਜ਼ ਹੀ ਚਲਾ ਜਾਂਦਾ ਸੀ ਇਹਦੇ ਵਿੱਚ। ਤੇ ਉਦੋਂ ਤੁਸੀਂ ਜਿਹੜੇ ਸਰੀਰ ਨੂੰ ਪਿਆਰ ਕਰਦੇ ਰਹੇ ਹੁਣੇ ਤੁਹਾਡੇ ਕੋਲ ਹੀ ਪਿਆ, ਫਿਰ ਰੋਂਦੇ ਆ। ਫਿਰ ਉਹਨੂੰ ਵੀ ਨਹੀਂ ਸਾਂਭਦੇ ਅਸੀਂ ਵੀ ਉਹਨੂੰ ਰੱਖ ਲਈ, ਫਿਰ ਉਹਨੂੰ ਵੀ ਨਹੀਂ ਰੱਖਦੇ, ਉਹਨੂੰ ਵੀ ਫਿਰ ਵੀ ਸੰਸਕਾਰ ਕਰ ਦਈਏ, ਨਹੀਂ ਤਾਂ ਉਹਦੇ ਵਿੱਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇੱਕ ਮਾਲਕ ਹੀ ਸਾਡਾ ਆਧਾਰ, ਉਹੀਓ ਸਾਡਾ ਆਸਰਾ, ਉਹਦੀ ਹੀ ਅਸੀਂ ਓਟ ਤੱਕੀ। ਤੇ ਮਹਾਰਾਜ ਤੋਂ ਹੀ ਫਿਰ ਜੋ ਨਾਮ ਹੈ ਉਹ ਨਾਮ ਸਭ ਤੋਂ ਸ੍ਰੇਸ਼ਟ ਉੱਤਮ, ਤੇ ਫਿਰ ਉਹ ਨਾਮ ਦੀ ਹੀ ਦਾਤ ਗੁਰਮੁਖ ਮੰਗਦੇ। ਨਾਨਕ ਮੰਗੇ ਨਾਮ ਪ੍ਰਭ ਸਾਰ, ਵੀ ਜੋ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ, ਵੀ ਜਿਹਨੇ ਸਾਡੇ ਨਾਲ ਸਹਾਈ ਹੋਣਾ ਨਾਮ ਨੇ, ਵੀ ਸਾਡੇ ਤੇ ਕਿਰਪਾ ਕਰੋ, ਸਾਨੂੰ
ਉਹ ਨਾਮ ਬਖਸ਼ਿਸ਼ ਕਰੋ ਤੇ ਸਾਨੂੰ ਆਪਦੇ ਚਰਨ ਕਮਲਾਂ ਦੇ ਨਾਲ ਜੋੜ ਲਓ। ਅੱਗੇ ਮਾਰੇ ਫਰਮਾਉਂਦੇ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੇ ਵਿਰਲਾ ਕੋਈ। ਪਰਮਾਤਮਾ ਮਾਲਕ ਦੀ ਦ੍ਰਿਸ਼ਟੀ ਜਦੋਂ ਸਾਡੇ ਤੇ ਪੈਂਦੀ ਤੇ ਮਹਾ ਸੁਖ, ਆਨੰਦ ਹੀ ਆਨੰਦ, ਸੁੱਖ ਹੀ ਸੁੱਖ। ਇਸ ਵਾਸਤੇ ਫਿਰ ਬੇਨਤੀ ਕਰਦੇ ਵੀ ਮਹਾਰਾਜ ਸਾਡੇ ਤੇ ਕਿਰਪਾ ਦੀ ਦ੍ਰਿਸ਼ਟੀ ਕਰੋ, ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਕਰੋ। ਤੇ ਮਹਾਰਾਜ ਕਹਿੰਦੇ ਵੀ ਜਦੋਂ ਸਾਡੇ ਤੇ ਮਾਲਕ ਦੀ ਨਜ਼ਰ ਮਿਹਰ ਹੁੰਦੀ ਫਿਰ ਬੜਾ ਮਹਾ ਸੁੱਖ, ਤੇ ਫਿਰ ਸਾਨੂੰ ਰਸ ਆਉਂਦਾ, ਹਰ ਰਸ ਪਾਵੇ ਵਿਰਲਾ ਕੋਈ। ਫਿਰ ਸਾਨੂੰ ਹਰ ਰਸ, ਅੰਮ੍ਰਿਤ ਰਸ ਜਿਸ ਨੂੰ ਕਹਿੰਦੇ, ਜੋ ਸਾਡੇ ਮਨ ਦੀ ਖੁਰਾਕ ਰੋਜ਼ ਸਾਡੇ ਮਨ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਤੇ ਸਾਡਾ ਮਨ ਜਿਹੜਾ ਪਹਿਲਾਂ ਕਮਜ਼ੋਰ ਹੋਇਆ ਹੁੰਦਾ ਉਹ ਤਕੜਾ ਹੋ ਜਾਂਦਾ ਖੁਰਾਕ ਲੈ ਕੇ। ਤੇ ਉਦੋਂ ਕਹਿੰਦੇ ਵੀ ਗੁਰਮੁਖ ਨੇ ਵਡਭਾਗੀ ਨੇ, ਤੇ ਜਿਨ੍ਹਾਂ ਨੂੰ ਇਹ ਹਰ ਰਸ ਨਹੀਂ ਆਇਆ ਉਹਨਾਂ ਨੂੰ ਕਹਿੰਦੇ ਭਾਗਾਂ ਤੋਂ ਹੀਣੇ ਨੇ ਤੇ ਜਮਾਂ ਦੇ ਵਸ ਨਹੀਂ, ਤੇ ਅੱਗੇ ਜੂਨਾਂ 'ਚ ਜਾਣਗੇ। ਉਹ ਵੀ ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਕਿ ਜਿਨ੍ਹਾਂ ਨੂੰ ਇਹ ਹਰ ਰਸ ਨਹੀਂ ਆਇਆ ਭਾਗਾਂ ਤੋਂ ਹੀਣੇ ਨੇ, ਨਾ ਭਾਗੇ ਨੇ ਤੇ ਜਮਾਂ ਦੇ ਵਸ ਨੇ। ਇਸ ਵਾਸਤੇ ਫਿਰ ਉਹ ਵਿਰਲੇ ਵਿਰਲੇ ਗੁਰਮੁਖ ਜਿਹੜੇ ਹਰੀ ਦੇ ਰਸ ਨੂੰ ਪ੍ਰਾਪਤ ਕਰਦੇ, ਹਰ ਰਸ ਪਾਵੇ ਵਿਰਲਾ ਕੋਈ। ਵੀ ਜਿਹੜੇ ਮਾਲਕ ਦਾ ਰਸ ਚੱਖਦੇ, ਅੰਮ੍ਰਿਤ ਪੀਂਦੇ, ਉਹ ਵਿਰਲੇ ਵਿਰਲੇ ਗੁਰਮੁਖ ਨੇ। ਫਿਰ ਮਹਾਰਾਜ ਅੱਗੇ ਦੱਸਦੇ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਨੇ। ਬਈ ਜਿਨ੍ਹਾਂ ਨੇ ਉਹ ਹਰ ਰਸ ਚੱਖਿਆ, ਜਿਨ੍ਹਾਂ ਨੇ ਉਹ ਅੰਮ੍ਰਿਤ ਰਸ ਚੱਖ ਲਿਆ, ਉਹ ਜਨ ਤ੍ਰਿਪਤਾਨੀ, ਉਹਨਾਂ ਦੇ ਮਨ ਰੱਜ ਜਾਂਦੇ, ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਂਦੀ। ਉਹਨਾਂ ਨੂੰ ਕਹਿੰਦੇ ਵੀ ਇਹ ਪੂਰਨ ਪੁਰਖ ਨੇ। ਤੇ ਉਹ ਜਿਨ੍ਹਾਂ ਦੀ ਫਿਰ ਤ੍ਰਿਪਤੀ ਹੋ ਗਈ, ਨਾਮ ਦੇ ਨਾਲ ਜੁੜ ਗਏ, ਅੰਮ੍ਰਿਤ ਰਸ ਮਿਲ ਗਿਆ, ਉਹਨਾਂ ਦਾ ਮਨ ਜਿਹੜਾ ਫਿਰ ਉਹ ਮਾਇਆ ਦੇ ਵਿੱਚ ਡੋਲਦਾ ਨਹੀਂ। ਫਿਰ ਉਹਨਾਂ ਦੀ ਲੈਵ ਜਿਹੜੀ ਉਹ ਲੈਵ ਟੁੱਟਦੀ ਨਹੀਂ। ਅਠੇ ਵੈਰ ਹੀ ਉਹ ਮਾਲਕ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਤੇ ਲੈਵ ਉਹਨਾਂ ਦੀ ਲੱਗੀ ਰਹਿੰਦੀ, ਮਾਲਕ ਦੇ ਸਨਮੁਖ ਰਹਿੰਦੇ, ਮਾਲਕ ਦੀ ਆਵਾਜ਼ ਨੂੰ ਸੁਣਦੇ ਰਹਿੰਦੇ। ਸੋ ਇਸ ਕਰਕੇ ਫਿਰ ਉਹ ਜੋ ਵੀ ਕਰਦੇ ਉਹਦੇ ਹੁਕਮ 'ਚ ਕਰਦੇ, ਤਾਈਓ ਉਹਨਾਂ ਵਾਸਤੇ ਫਿਰ ਕੋਈ ਪਾਪ ਨਹੀਂ ਹੁੰਦਾ, ਕਿਉਂਕਿ ਉਹ ਹੁਕਮ ਦੇ ਵਿੱਚ ਆ ਗਏ। ਸੋ ਇਸ ਵਾਸਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਉਹ ਪੂਰਨ ਪੁਰਖ ਨੇ। ਅੱਗੇ ਮਾਰੇ ਕਹਿੰਦੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੇ ਚਾਉ ਸਾਧ ਕੇ ਸੰਗ। ਉਹਨਾਂ ਦੇ ਅੰਦਰ ਫਿਰ ਪ੍ਰੇਮ ਹੀ ਪ੍ਰੇਮ, ਸੁਭਰ ਭਰੇ ਵੀ ਪ੍ਰੇਮ ਦੇ ਨਾਲ ਉਹ ਪੂਰੇ ਵੀ ਭਰੇ ਹੋਏ, ਪੂਰੇ ਉਹਨਾਂ ਦੀ ਤ੍ਰਿਪਤੀ ਹੋਈ ਹੋਈ। ਇਸ ਕਰਕੇ ਉਹਨਾਂ ਦੇ ਅੰਦਰੋਂ ਪਿਆਰ ਹੀ ਪਿਆਰ ਝਲਕਦਾ। ਹਰ ਇੱਕ ਜੀਵ ਦੇ ਨਾਲ ਪਿਆਰ ਕਰਦੇ, ਕਿਸੇ ਨਾਲ ਉਹਨਾਂ ਦਾ ਕੋਈ ਵੈਰ ਵਿਰੋਧ ਨਹੀਂ, ਕਿਸੇ ਨਾਲ ਉਹਨਾਂ ਦੀ ਕੋਈ ਈਰਖਾ ਨਹੀਂ, ਕੋਈ ਉਹਨਾਂ ਦਾ ਵੈਰੀ ਨਹੀਂ ਹੈ। ਉਹ ਇਸ ਵਾਸਤੇ ਫਿਰ ਪ੍ਰੇਮ ਦੇ ਨਾਲ ਨੱਕੋ ਨੱਕ ਭਰੇ ਹੋਏ, ਤੇ ਜਿਹੜਾ ਵੀ ਉਹਨਾਂ ਕੋਲ ਜਾਵੇ ਉਹ ਫਿਰ ਉਹਨਾਂ ਤੋਂ ਉਹ ਜਿਹੜਾ ਪਿਆਰ ਹੈ ਉਹ ਪਿਆਰ ਲੈ ਸਕਦਾ, ਕਿਉਂਕਿ ਉਹ ਵੰਡਦੇ ਸਾਰਿਆਂ ਨੂੰ। ਜਿਵੇਂ ਆਪਾਂ ਦੇਖਦੇ ਸੰਸਾਰ ਦੇ ਵਿੱਚ ਬਈ ਮਾਤਾ ਪਿਤਾ ਹੁੰਦੇ, ਬੱਚਿਆਂ ਨੂੰ ਪਿਆਰ ਕਰਦੇ, ਤੇ ਪਿਆਰ ਵਿੱਚ ਉਹ ਫਿਰ ਜੋ ਵੀ ਕਰਦੇ ਵੀ ਉਹਨਾਂ ਦੇ ਵਾਸਤੇ ਚੰਗਾ ਸੋਚਦੇ। ਕੋਈ ਵੀ ਮਾਂ ਪਿਓ ਨਹੀਂ ਚਾਹੁੰਦਾ ਵੀ ਆਪਦੇ ਬੱਚੇ ਵਾਸਤੇ ਉਹ ਮਾੜਾ ਸੋਚੇ। ਇਸੇ ਤਰ੍ਹਾਂ ਹੀ ਫਿਰ ਜਿਹੜੇ ਗੁਰਮੁਖ ਪ੍ਰੇਮ ਰਸ ਦੇ ਵਿੱਚ ਰੰਗੇ ਹੋਏ, ਉਹ ਫਿਰ ਸਾਰਿਆਂ ਦਾ ਭਲਾ ਹੀ ਲੋਚਦੇ। ਭਲਾ ਕਿਵੇਂ? ਉਹ ਸਾਰਿਆਂ ਨੂੰ ਗਿਆਨ ਦਿੰਦੇ।
ਉਹ ਆਪ ਵੀ ਸਿਮਰਨ ਕਰਦੇ ਤੇ ਹੋਰਾਂ ਨੂੰ ਵੀ ਲਾਉਂਦੇ ਸਿਮਰਨ ਤੇ ਵੀ ਤੁਸੀਂ ਵੀ ਕਰੋ। ਆਪ ਵੀ ਸੰਗਤ ਕਰਦੇ ਤੇ ਆਪਾਂ ਨੂੰ ਵੀ ਸਤ ਸੰਗਤ ਵਿੱਚ ਪ੍ਰੇਰਦੇ ਵੀ ਤੁਸੀਂ ਵੀ ਆਓ, ਤੁਸੀਂ ਵੀ ਸਤ ਸੰਗਤ ਕਰੋ, ਤੁਸੀਂ ਵੀ ਜੀਵਨ ਦਾ ਲਾਹਾ ਕੱਟੋ। ਇਹਨੂੰ ਫਿਰ ਕਹਿੰਦੇ ਵੀ ਅਸਲ ਪ੍ਰੇਮ। ਇਹਦੇ ਵਿੱਚ ਕੋਈ ਸਵਾਰਥ ਨਹੀਂ ਹੁੰਦਾ ਉਹਨਾਂ ਨੂੰ, ਕਿਉਂਕਿ ਜੇ ਉਹ ਸਾਨੂੰ ਸਿਮਰਨ ਕਰਨ ਨੂੰ ਕਹਿ ਰਹੇ, ਉਹਨਾਂ ਨੂੰ ਥੋੜ੍ਹੀ ਲਾਹਾ ਤਾਂ ਆਪਾਂ ਨੂੰ ਹੀ ਹੋਣਾ। ਜੇ ਉਹ ਸਾਨੂੰ ਸਤ ਸੰਗਤ ਕਰਨ ਨੂੰ ਕਹਿ ਰਹੇ, ਉਹਦੇ ਵਿੱਚ ਸਾਨੂੰ ਆਪ ਨੂੰ ਹੀ ਲਾਹਾ, ਜੀਵਨ ਤਾਂ ਸਾਡਾ ਹੀ ਬਦਲਣਾ, ਅਸੀਂ ਹੀ ਪਰਮਾਤਮਾ ਦੇ ਨੇੜੇ ਹੋਣਾ, ਅਸੀਂ ਉਹਨੂੰ ਮਿਲਣਾ। ਪਰ ਇਹ ਹੈ ਪ੍ਰੇਮ ਉਹਨਾਂ ਦਾ ਬਿਨਾਂ ਸਵਾਰਥ ਤੋਂ। ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵ ਸਵਾਰਥ ਰੱਖਦਾ, ਸਵਾਰਥ ਤੋਂ ਬਿਨਾਂ ਉਹ ਕੋਈ ਕੰਮ ਕਰਦਾ ਹੀ ਨਹੀਂ, ਤੇ ਉਹ ਨਿਰਸਵਾਰਥ ਹੁੰਦੇ ਵੀ ਉਹਨਾਂ ਨੂੰ ਕੋਈ ਸਵਾਰਥ ਨਹੀਂ ਹੈ। ਇਸ ਕਰਕੇ ਫਿਰ ਇਹ ਜਿਹੜਾ ਇਹ ਆਤਮਿਕ ਪ੍ਰੇਮ ਹੁੰਦਾ ਹੈ, ਇਸ ਪ੍ਰੇਮ ਦੇ ਵਿੱਚ ਫਿਰ ਕੋਈ ਮੰਗ ਨਹੀਂ ਹੁੰਦੀ ਜਦੋਂ। ਤੇ ਇਹ ਪ੍ਰੇਮ ਹੈ ਜਿਹੜਾ ਫਿਰ ਇਹ ਟੁੱਟਦਾ ਵੀ ਨਹੀਂ, ਇਹ ਧੌਰ ਦਰਗਾਹ ਤੱਕ ਨਿਭਦਾ ਹੈ। ਜਿਵੇਂ ਇੱਕ ਤਾਂ ਹੁੰਦਾ ਸੰਸਾਰ ਦੇ ਰਿਸ਼ਤੇ ਨਾਤੇ, ਸਾਡੇ ਭੈਣ ਭਰਾ, ਧੀਆਂ ਪੁੱਤਰ, ਹੋਰ ਸਾਡਾ ਪਰਿਵਾਰ, ਸੰਗੀ ਸਾਥੀ, ਉਹ ਤਾਂ ਸਿਰਫ ਉਹਨਾਂ ਸਮੇਂ ਹੀ ਅਸੀਂ ਵੀ ਜਿੰਨਾ ਸਮਾਂ, ਜਿਵੇਂ ਦਿਨ ਦੇ ਸਮੇਂ ਅਸੀਂ ਇਕੱਠੇ ਹਾਂ, ਜਦੋਂ ਰਾਤ ਆ ਗਈ ਉਦੋਂ ਵਿਯੋਗ ਹੋ ਜਾਣਾ, ਅੱਡੋ ਅੱਡ ਹੋ ਗਏ, ਆਪਦੇ ਘਰ ਨੂੰ ਚਲੇ ਗਏ। ਜੇ ਅਸੀਂ ਉੱਥੇ ਜਾ ਕੇ ਮਿਲਦੇ ਨਹੀਂ, ਇੱਕ ਦੂਸਰੇ ਨੂੰ ਪਹਿਚਾਣਦੇ ਨਹੀਂ, ਇਕੱਲੇ ਆਉਂਦੇ ਹਾਂ ਤੇ ਇਕੱਲੇ ਵਾਪਸ ਚਲੇ ਜਾਂਦੇ। ਤੇ ਉੱਦਾਂ ਇੱਥੇ ਦਿਨ ਦੇ ਸਮੇਂ ਕਹਿੰਦੇ ਅਸੀਂ ਬੜਾ ਪਿਆਰ ਕਰਦੇ, ਇਹ ਸਾਡਾ ਪਰਿਵਾਰ ਹੈ ਜੀ। ਤੇ ਮਾਰੇ ਕਹਿੰਦੇ ਸਾਰਾ ਦਿਨ ਝੂਠ ਹੀ ਬੋਲਦੇ, ਤਾਂ ਜਦੋਂ ਆਪਦੇ ਅਸਲ ਘਰ ਜਾਂਦੇ ਉੱਥੇ ਜਾ ਕੇ ਇੱਕ ਦੂਸਰੇ ਨੂੰ ਪਹਿਚਾਣਦੇ ਹੀ। ਤੇ ਮਾਰੇ ਕਹਿੰਦੇ ਆਵਤ ਅਕੇਲਾ ਜਾਤ ਅਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਵੀ ਇਕੱਲੇ ਹੀ ਆਉਂਦੇ, ਇਕੱਲੇ ਹੀ ਵਾਪਸ ਚਲੇ ਜਾਂਦੇ, ਇੱਕ ਦੂਸਰੇ ਨੂੰ ਪਹਿਚਾਣਦੇ ਹੀ ਨਹੀਂ ਉੱਥੇ ਜਾ ਕੇ, ਕਿਉਂਕਿ ਸੁੱਤੇ ਪਏ ਨੇ। ਇਹ ਸਿਰਫ ਮਾਇਆ ਨਾਲ, ਇਹ ਸਰੀਰ ਨਾਲ ਪਿਆਰ ਕਰਦੇ, ਇਹਨੂੰ ਜਾਣਦੇ, ਇਹਨੂੰ ਦੇਖ ਕੇ ਕਹਿੰਦੇ ਵੀ ਸਾਡਾ ਹੈ। ਜਿਹੜਾ ਇਹਦੇ ਅੰਦਰ ਵਸਦਾ ਉਹਦੀ ਪਹਿਚਾਣ ਨਹੀਂ, ਤਾਂ ਕਰਕੇ ਉਹਨੂੰ ਮਿਲਦੇ ਨਹੀਂ। ਤੇ ਜਿਹੜੇ ਗੁਰਮੁਖ ਫਿਰ ਉਹ ਪ੍ਰੇਮ ਰਸ ਦੇ ਵਿੱਚ ਰੰਗੇ ਹੋਏ, ਉਹ ਸਾਨੂੰ ਫਿਰ ਇਹ ਸਾਰਾ ਭੇਦ ਦਿੰਦੇ, ਤਾਂ ਕਰਕੇ ਉਹ ਜਿਹੜਾ ਪਿਆਰ ਉਹਨੂੰ ਆਤਮਿਕ ਪ੍ਰੇਮ ਕਹਿੰਦੇ। ਫੇਰ ਮਾਰੇ ਉਪਜੇ ਚਾਓ ਸਾਧ ਕੇ ਸੰਗ। ਫਿਰ ਜਦੋਂ ਅਸੀਂ ਐਸੇ ਜਿਹੜੇ ਪ੍ਰੇਮ ਦੇ ਵਿੱਚ ਰੰਗੇ ਹੋਏ, ਉਹਨਾਂ ਨੂੰ ਸਾਧੂ ਕਹਿੰਦੇ, ਸਾਧ। ਉਹਨਾਂ ਦਾ ਸੰਗ ਕਰਕੇ ਸਾਡੇ ਅੰਦਰ ਵੀ ਚਾਅ ਪੈਦਾ ਹੁੰਦਾ ਮਾਲਕ ਨੂੰ ਮਿਲਣ ਦਾ, ਵੀ ਅਸੀਂ ਵੀ ਰੱਬ ਨੂੰ ਮਿਲੀਏ, ਅਸੀਂ ਵੀ ਪਰਮਾਤਮਾ ਨੂੰ ਮਿਲੀਏ। ਉਹਨਾਂ ਨੇ ਮਾਲਕ ਦੀ ਵਿਚਾਰ ਸੁਣਾ ਸੁਣਾ ਕੇ ਸਾਡੇ ਅੰਦਰ ਹੀ ਚਾਅ ਪੈਦਾ ਕਰ ਦੇਣਾ ਉਹਨੂੰ ਮਿਲਣ ਦਾ। ਫਿਰ ਅੱਗੇ ਮਹਾਰਾਜ ਕਹਿੰਦੇ ਪਰੇ ਸਰਨਾਨ ਸਭ ਤਿਆਗ, ਅੰਤਰ ਪ੍ਰਗਾਸ ਅੰਦਨ ਲਵ ਲਾਗ। ਬਈ ਫਿਰ ਅਸੀਂ ਜਦੋਂ ਸ਼ਰਨ ਦੇ ਵਿੱਚ ਆ ਜਾਂਦੇ ਮਾਲਕ ਦੀ, ਪਰਮਾਤਮਾ ਦੀ, ਹੋਰ ਸਭ ਤਿਆਗ ਕੇ ਛੱਡ ਕੇ, ਫਿਰ ਸਾਡੇ ਅੰਦਰ ਪ੍ਰਗਾਸ ਹੋ ਜਾਂਦਾ ਤੇ ਸਾਡੀ ਜਿਹੜੀ ਅੰਦਨ ਲਿਵ ਹੈ ਉਹ ਲਿਵ ਲੱਗ ਜਾਂਦੀ ਨਾਮ ਦੇ ਨਾਲ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਸ਼ਰਨ ਦੇ ਵਿੱਚ ਆਓ, ਵੀ ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਫਿਰ ਰਾਮ ਦੀ, ਵਾਹਿਗੁਰੂ ਦੀ ਸ਼ਰਨ ਚ ਆਓ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਜਦੋਂ ਅਸੀਂ ਰਾਮ ਵਾਹਿਗੁਰੂ ਦੀ ਸ਼ਰਨ ਚ ਆ ਜਾਵਾਂਗੇ ਤੇ ਫਿਰ ਸਾਡੇ ਅੰਦਰ ਪ੍ਰਕਾਸ਼ ਵੀ ਹੋ ਜਾਣਾ, ਸਾਡੀ ਆਮਦਨ ਲਿਵ ਵੀ ਲੱਗ ਜਾਣੀ ਨਾਮ ਦੇ ਨਾਲ। ਅੱਗੇ ਮਹਾਰਾਜ ਕਹਿੰਦੇ ਬੜ ਭਾਗੀ ਜਪਿਆ ਪ੍ਰਭ ਸੋਈ, ਨਾਨਕ ਨਾਮ ਰਤੇ ਸੁਖ ਹੋਈ। ਸਤਿਗੁਰੂ ਕਹਿੰਦੇ ਵੀ ਉਹ ਵੱਡੇ ਭਾਗਾਂ ਵਾਲੇ, ਬੜ ਭਾਗੀ ਜਿਨ੍ਹਾਂ ਨੇ ਫਿਰ ਮਾਲਕ ਦਾ ਨਾਮ ਜਪਿਆ, ਜਿਨ੍ਹਾਂ ਨੇ ਸਿਮਰਨ ਕੀਤਾ, ਤੇ ਉਹੀਓ ਫਿਰ ਨਾਮ ਦੇ ਵਿੱਚ ਰਤੇ ਗਏ ਤੇ ਉਹ ਸਦਾ ਵਾਸਤੇ ਸੁਖੀ ਹੋ ਗਏ, ਸਦਾ ਲਈ ਉਹ ਅਮਰ ਹੋ ਗਏ। ਇਹ ਆਪਾਂ ਨੂੰ ਵੀ ਫਿਰ ਸਮਝਾਉਂਦੇ ਵੀ ਜੇ ਤੁਸੀਂ ਵੀ ਸਦਾ ਲਈ ਅਵਿਨਾਸੀ ਹੋਣਾ ਚਾਹੁੰਦੇ ਹੋ, ਅਵਿਨਾਸੀ ਰਾਜ ਚਾਹੁੰਦੇ ਹੋ,
ਇਹ ਆਪਾਂ ਨੂੰ ਕਹਿੰਦੇ ਵੀ ਤੁਹਾਨੂੰ ਇਹ ਖੋਜ ਕੇ ਅਸੀਂ ਤੱਤ ਦੀ ਵਿਚਾਰ ਨਿਚੋੜ ਦੱਸਦੇ ਹਾਂ। ਮਾਰੇ ਕਹਿੰਦੇ ਖੋਜਤ ਖੋਜਤ ਇਹੋ ਤੱਤ ਵਿਚਾਰਿਓ ਦਾਸ ਗੋਬਿੰਦ ਪਰੈਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਰਹਿਣ। ਆਪਾਂ ਨੂੰ ਕਹਿੰਦੇ ਖੋਜ ਖੋਜ ਕੇ ਤੱਤ ਵਿਚਾਰਿਆ ਅਸੀਂ ਵੀ ਤੁਸੀਂ ਜਿਹੜੇ ਮਾਲਕ ਦੇ ਪਿਆਰੇ ਨੇ ਉਹਨਾਂ ਦੀ ਸ਼ਰਨ ਦੇ ਵਿੱਚ ਜਾਓ, ਵੀ ਤੁਸੀਂ ਸੰਗ ਕਰੋ ਉਹਨਾਂ ਦਾ, ਸੰਤਾਂ ਦਾ, ਸਾਧੂਆਂ ਦਾ, ਗੁਰਸਿੱਖਾਂ ਦਾ। ਜਦੋਂ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ ਤੇ ਉਹ ਫਿਰ ਸਾਨੂੰ ਇਹ ਭੇਜ ਦਿੰਦੇ ਨਾਮ ਦਾ, ਸੱਚ ਦਾ। ਇਸ ਲਈ ਫਿਰ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਾਂ ਤੇ ਨਾਮ ਦੇ ਵਿੱਚ ਸਾਡਾ ਮਨ ਜਿਹੜਾ ਉਹ ਰਤਿਆ ਜਾਂਦਾ, ਉਹ ਲੱਗ ਜਾਂਦਾ ਹੈ। ਹੁਣ ਕਿਵੇਂ ਅਸੀਂ ਨਾਮ ਦੇ ਨਾਲ ਜੁੜਨਾ, ਕਿਵੇਂ ਅਸੀਂ ਨਾਮ ਤੱਕ ਪਹੁੰਚਣਾ, ਕਿਵੇਂ ਅਸੀਂ ਭਗਤੀ ਕਰਨੀ ਅੱਗੇ, ਉਹਦੇ ਵਾਸਤੇ ਪਹਿਲਾਂ ਹੀ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਸਿਮਰਨ ਕਰ ਕਰਕੇ ਅਸੀਂ ਮਨ ਨੂੰ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਕਰਨਾ, ਫਿਰ ਅਸੀਂ ਅੰਤਰਮੁਖੀ ਹੋਣਾ। ਫਿਰ ਆਪਣੇ ਅੰਦਰ ਜੋ ਮਾਲਕ ਦੀ ਆਵਾਜ਼ ਚੱਲ ਰਹੀ, ਫਿਰ ਅਸੀਂ ਉਹਨੂੰ ਸੁਣਨਾ ਸ਼ੁਰੂ ਕਰ ਦੇਣਾ। ਪਹਿਲਾਂ ਆਪਾਂ ਸਿਮਰਨ ਕਰਦੇ ਕਰਦੇ ਸਾਸ ਗਿਰਾਸ ਆਪਦੀ ਆਵਾਜ਼ ਨੂੰ ਸੁਣਦੇ ਜਾਣਾ, ਆਪ ਹੀ ਧਿਆਨ ਨਾਲ ਵੀ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਫਿਰ ਆਵਾਜ਼ ਸੁਣਦੇ ਸੁਣਦੇ ਜਦੋਂ ਅਸੀਂ ਸਹਿਜ ਵਿੱਚ ਚਲੇ ਗਏ, ਫਿਰ ਇਹ ਆਵਾਜ਼ ਆਪਣੀ ਬੰਦ ਹੋ ਜਾਣੀ, ਮਾਲਕ ਦੀ ਆਵਾਜ਼ ਸਾਨੂੰ ਸੁਣਨ ਲੱਗ ਜਾਣੀ। ਫਿਰ ਆਪਾਂ ਸੁਰਤੀ ਨੂੰ ਉਹ ਸ਼ਬਦ ਦੇ ਨਾਲ ਜੋੜ ਦੇਣਾ, ਅਸੀਂ ਮਾਲਕ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰ ਦੇਣਾ। ਆਓ ਹੁਣ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਸਾਰਿਆਂ ਨੇ ਸਾਸ ਗਿਰਾਸ ਸਿਮਰਨ ਕਰਨਾ ਹੈ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਹੁਣ ਇਹ ਆਪਾਂ ਬਾਚੋ ਬਾਦੇ ਅਭਿਆਸ ਕਰਨਾ ਤਾਂ ਕਿ ਆਪਾਂ ਨਾਮ ਤੱਕ ਪਹੁੰਚ ਸਕੀਏ ਤੇ ਸਾਡੀ ਭਗਤੀ ਸ਼ੁਰੂ ਹੋ। ਸਿਮਰਨ ਜਿਹੜਾ ਇਹ ਆਪਾਂ ਕਰਦੇ, ਇਹ ਬੇਨਤੀਆਂ ਨੇ, ਇਹ ਅਰਦਾਸਾਂ ਮਾਲਕ ਨੂੰ ਵੀ ਸਾਨੂੰ ਆਪਣੀ ਭਗਤੀ ਤੇ ਲਾਓ। ਹੋਰ ਅਰਦਾਸ ਕੋਈ ਅੱਖਰਾਂ ਦਾ ਮੇਲ ਜੋਲ ਨਹੀਂ ਹੁੰਦਾ। ਅਰਦਾਸ ਹੁੰਦੀ ਸਾਡੇ ਮਨ ਦੀ ਪੁਕਾਰ, ਸਾਡੇ ਹਿਰਦੇ ਵਿੱਚੋਂ ਨਿਕਲੀ ਹੋਈ ਕੂਕ ਪੁਕਾਰ, ਉਹ ਅਰਦਾਸ ਹੈ।
ਹੁਣ ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ ਮਨ ਦੀ ਮੈਲ ਉਤਰੇਗੀ ਤੇ ਫਿਰ ਸਾਡੇ ਮਨ ਦੇ ਵਿੱਚੋਂ ਪੁਕਾਰ ਨਿਕਲੇਗੀ। ਜਦ ਤੱਕ ਮਨ ਸਾਡਾ ਸ਼ੁੱਧ ਨਹੀਂ ਹੁੰਦਾ ਉਹਨਾਂ ਸਮਾਂ ਮਨ ਪੁਕਾਰ ਕਰਦਾ ਹੀ। ਇਸ ਵਾਸਤੇ ਫਿਰ ਆਪਾਂ ਨੂੰ ਫਿਰ ਉਦਾਹਰਨਾਂ ਦਿੱਤੀਆਂ ਵੀ ਜਿਵੇਂ ਪੁਕਾਰ ਕਰਦਾ ਬੰਬੀਹਾ ਇੱਕ ਚਿੱਤ ਹੋ ਕੇ ਬਈ ਉਹ ਮਾਲਕ ਨੂੰ ਪੁਕਾਰ ਕਰਦਾ ਵੀ ਉਹਦੀ ਤ੍ਰਿਪਤੀ ਨਹੀਂ ਹੁੰਦੀ, ਉਹਦੇ ਕੰਠ ਦੇ ਵਿੱਚ ਗਲੀ ਹੁੰਦੀ ਹੈ, ਉਹ ਸਿੱਧਾ ਪਾਣੀ ਨਹੀਂ ਪੀ ਸਕਦਾ। ਜੇ ਉਹ ਪੀਵੇ ਇੱਦਾਂ ਆਪਾਂ ਰੱਖੀ ਉਹਦੇ ਅੱਗੇ ਤੇ ਉਹ ਗਲ ਤੋਂ ਹੀ ਨਿਕਲ ਜਾਂਦਾ ਪਾਣੀ। ਉਹਦੀ ਇਸ ਕਰਕੇ ਉਹ ਪਾਣੀ ਨਾਲ ਤ੍ਰਿਪਤੀ ਨਹੀਂ ਹੁੰਦੀ ਉਹਦੀ। ਫਿਰ ਉਹ ਪੁਕਾਰ ਕਰਦਾ ਇੱਕ ਚਿੱਤ ਹੋ ਕੇ, ਔਰ ਉਹ ਅੱਖਰਾਂ ਦਾ ਕੋਈ ਥੋੜ੍ਹੀ ਮੇਲ ਜੋਲ, ਉਹਦੇ ਹਿਰਦੇ 'ਚੋਂ ਪੁਕਾਰ ਨਿਕਲਦੀ, ਕੂਕ ਨਿਕਲਦੀ ਬਈ ਬਾਰਿਸ਼ ਹੋਵੇ। ਤੇ ਉਹ ਜਦੋਂ ਪੁਕਾਰ ਕਰਦਾ ਫਿਰ ਮਾਲਕ ਸੁਣਦਾ ਪੁਕਾਰ ਤੇ ਫਿਰ ਫਰਮਾਨ ਕਰਦਾ ਵੀ ਹੁਣ ਵਰਸੋ, ਮੀਂਹ ਪੈਂਦਾ। ਫਿਰ ਜਦੋਂ ਮੀਂਹ ਪੈਂਦਾ ਉਹ ਆਪਦਾ ਮੂੰਹ ਉੱਪਰ ਨੂੰ ਕਰਕੇ ਬੈਠ ਜਾਂਦਾ ਤੇ ਫਿਰ ਉਹ ਬਰਸਾਤ ਦੇ ਵਿੱਚੋਂ ਇੱਕ ਸਵਾਤੀ ਬੂੰਦ ਹੁੰਦੀ ਜਿਹੜੀ ਉਹਦੇ ਕੰਠ 'ਚ ਡਿੱਗਦੀ ਹੈ। ਫਿਰ ਉਹਦੇ ਨਾਲ ਉਹਦੀ ਤ੍ਰਿਪਤੀ ਹੁੰਦੀ, ਫਿਰ ਉਹ ਰੱਜ ਜਾਂਦਾ। ਉਹਦੀ ਫਿਰ ਆਪਾਂ ਨੂੰ ਉਦਾਹਰਨ ਦਿੱਤੀ। ਮਹਾਰਾਜ ਕਹਿੰਦੇ ਬੰਬੀਹਾ ਅੰਮ੍ਰਿਤ ਵੇਰੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਧਾਰ। ਉਹ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਕਹਿੰਦੇ ਵੀ ਪੁਕਾਰ ਕਰੋ ਤੁਸੀਂ ਵੀ ਉਹ ਬੰਬੀਹੇ ਦੀ ਤਰ੍ਹਾਂ। ਤੇ ਹੁਣ ਇਹ ਆਪਾਂ ਜਦੋਂ ਸਿਮਰਨ ਕਰਦੇ ਹਾਂ, ਦਿਨ ਰਾਤ ਕੂਕਦੇ ਹਾਂ, ਆਪਾਂ ਪੁਕਾਰ ਕਰਦੇ ਹਾਂ, ਫਿਰ ਸਾਡੇ ਕੰਠ ਦੇ ਵਿੱਚ ਉਹ ਅੰਮ੍ਰਿਤ ਆਉਂਦਾ, ਸਵਾਤੀ ਬੂੰਦ, ਜਿਹਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੁੰਦੀ, ਜਿਹਦੇ ਨਾਲ ਸਾਨੂੰ ਅੰਮ੍ਰਿਤ ਪਦਵੀ ਮਿਲਦੀ ਹੈ, ਜਿਹਦੇ ਨਾਲ ਸਾਡਾ ਜਨਮ ਮਰਨ ਜਿਹੜਾ ਉਹ ਖੰਡਨ ਹੋ ਜਾਂਦਾ, ਅਸੀਂ ਦੁਬਾਰਾ ਮਰਦੇ ਨਹੀਂ। ਜਿਸ ਨੂੰ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ, ਮੋਇਆ ਜਿਵਾਇਆ, ਫਿਰ ਬੌੜ ਮਰਨ ਨਾ ਹੋਈ। ਵੀ ਸਾਡੇ ਮੁੱਖ 'ਚ ਜਦੋਂ ਸਵਾਤੀ ਬੂੰਦ ਪੈਣ ਲੱਗ ਗਈ, ਜਦੋਂ ਸਾਨੂੰ ਅੰਮ੍ਰਿਤ ਆਉਣ ਲੱਗ ਗਿਆ, ਅਸੀਂ ਅਮਰ ਹੋ ਗਏ। ਅੰਮ੍ਰਿਤ ਪੀਵੇ ਅੰਮ੍ਰਿਤ ਸੁ ਹੋਵੇ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਣੇ ਜੀਵਨ ਦਾ ਮਕਸਦ ਮਾਲਕ ਨੂੰ ਮਿਲਣਾ, ਪਰਮਾਤਮਾ ਨੂੰ, ਸਾਰੇ ਆਪਾਂ ਮਿਲ ਸਕਦੇ ਹਾਂ। ਕੋਈ ਔਖਾ ਮਾਰਗ ਨਹੀਂ, ਬਹੁਤ ਸੌਖਾ। ਸੌਖਾ ਤਾਂ ਜੇ ਸਾਨੂੰ ਸਮਝ ਲੱਗ ਜੇ, ਜੇ ਸਮਝ ਨਾ ਲੱਗੇ ਫਿਰ ਔਖਾ। ਜੇ ਸਮਝ ਲੱਗ ਗਈ, ਗੁਰੂ ਦੀ ਮੱਤ ਅਸੀਂ ਲੈ ਲਈ, ਫਿਰ ਬੜਾ ਸੌਖਾ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ ਇਹ ਵਿਚਾਰ ਨੂੰ ਸਮਝਣ ਦੀ। ਜਿੱਥੋਂ ਨਹੀਂ ਸਮਝ ਲੱਗਦੀ ਆਪਾਂ ਪੁੱਛੀ ਜਾਣਾ ਵਾਰ-ਵਾਰ, ਤਾਂ ਕਿ ਸਾਨੂੰ ਸਮਝ ਲੱਗ ਜੇ, ਸਾਡੇ ਹਿਰਦੇ 'ਚ ਬਸ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।